वाहिगुरु साहिब जीओ। कहाँ बुद्ध प्रभ तुष हमारी, वर्ण सकै महिमा जो तिहारी। हम ना सकत कार सिफत तुम्हारी, आप लिहो तुम कथा सुधारी। मूक उचरै शास्त्र खट, पिंग गिरन चढ़ जाए। अंध लखै बदरु सुनै, जो काल कृपा कराय। अंध लखै बदरु सुनै, जो काल कृपा कराय। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੰਦੀ ਵਹਿਣ ਨਾ ਢਾਹੇ, ਤੋ ਪੀ ਲੇਖਾ ਦੇਵਣਾ। ਜਿੱਧਰ ਰੱਬ ਰਜਾਏ, ਵਹਿਣ ਤਿੰਦਾਊ ਗਉ ਕਰੇ। ਫਰੀਦਾ ਡੁਖਾ ਸੇਤੀ ਦੇਹੁ ਗਿਆ, ਸੂਲਾਂ ਸੇਤੀ ਰਾਤ। ਖੜਾ ਪੁਕਾਰੇ ਪਾਤਣੀ, ਬੇੜਾ ਕੱਪਰਵਾਤ। ਕੰਦੀ ਵਹਿਣ ਨਾ ਢਾਹੇ, ਤੋ ਪੀ ਲੇਖਾ ਦੇਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਬਾਬਾ ਫਰੀਦ ਜੀ ਦੇ ਪਾਵਨ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। 83 ਸ਼ਲੋਕਾਂ ਦੀ ਕਥਾ ਸੰਪੂਰਨ ਹੋਈ ਹੈ। ਅਗਲੇ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੋ ਰਹੀ ਹੈ। ਬਾਬਾ ਫਰੀਦ ਜੀ ਪਾਕਪਟਨ ਸ਼ਹਿਰ ਵਿੱਚ ਰਹਿੰਦੇ ਸਨ। ਉੱਥੇ ਸ਼ੱਕਰਗੰਜ ਇੱਕ ਮਹੱਲਾ ਹੈ। ਉਸ ਜਗ੍ਹਾ 'ਤੇ ਬਾਬਾ ਫਰੀਦ ਜੀ ਨਿਵਾਸ ਰੱਖਦੇ ਸਨ। ਇੱਕ ਦਿਨ ਕੀ ਹੋਇਆ, ਸ਼ਹਿਰ ਦੇ ਨੇੜੇ ਦੀ ਇੱਕ ਦਰਿਆ ਵਗ ਰਿਹਾ ਸੀ। ਉਸ ਦਰਿਆ ਦੇ ਵਿੱਚ ਫਲੱਡ ਆਇਆ, ਹੜ੍ਹ ਆ ਗਿਆ। ਉਸ ਦਰਿਆ ਦੇ ਪਾਣੀ ਨੇ ਹੌਲੀ ਹੌਲੀ ਕਿਨਾਰੇ ਢਾਉਣੇ ਸ਼ੁਰੂ ਕਰ ਦਿੱਤੇ ਤੇ ਸ਼ਹਿਰ ਵੱਲ ਨੂੰ ਵਧਣ ਲੱਗਿਆ। ਕਈ ਵਾਰ ਆਪਾਂ ਸੁਣਿਆ ਵੀ ਹੈ, ਦੇਖਿਆ ਵੀ ਜ਼ਰੂਰ ਹੋਵੇਗਾ, ਜਦੋਂ ਹੜ੍ਹ ਆਉਂਦੇ ਹਨ ਅਕਸਰ ਉਸ ਵੇਲੇ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਪਾਣੀ ਵੜ ਜਾਂਦਾ ਹੈ। ਕਈ ਵਾਰੀ ਜਾਨੀ ਮਾਲੀ ਨੁਕਸਾਨ ਵੀ ਬੜਾ ਕਰ ਦਿੰਦਾ ਹੈ। ਹੁਣ ਉਹ ਦਰਿਆ ਵਿੱਚ ਹੜ੍ਹ ਆਇਆ ਹੋਇਆ ਸੀ। ਲੋਕ ਬਾਬਾ ਫਰੀਦ ਜੀ ਕੋਲ ਆਏ, ਕਹਿਣ ਲੱਗੇ, ਬਾਬਾ ਫਰੀਦ ਜੀ ਤੁਸੀਂ ਅਰਦਾਸ ਕਰੋ, ਅਰਜ਼ੋਈ ਕਰੋ ਤਾਂ ਕਿ ਇਹ ਦਰਿਆ ਜੋ ਕਿਨਾਰੇ ਢਾਹ ਰਿਹਾ ਹੈ ਇਹ ਨਾ ਢਾਵੇ। ਸ਼ਹਿਰ ਦਾ
ਕੋਈ ਨੁਕਸਾਨ ਨਾ ਹੋਵੇ, ਤਾਂ ਬਾਬਾ ਫਰੀਦ ਜੀ ਦਰਿਆ ਦੇ ਕੰਢੇ 'ਤੇ ਆਏ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕੀਤਾ। ਉਸ ਦਰਿਆ ਨੂੰ ਸੰਬੋਧਨ ਹੋ ਕੇ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੰਦੀ ਵਹਿਣ ਨਾ ਟਾਹੇ, ਤਉ ਪੀ ਲੇਖਾ ਦੇਵਣਾ। ਵਹਿਣ ਤੋਂ ਭਾਵ ਹੈ ਦਰਿਆ। ਬਾਬਾ ਫਰੀਦ ਜੀ ਉਸ ਦਰਿਆ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਕੰਦੀ ਵਹਿਣ ਨਾ ਟਾਏ, ਤੂੰ ਇਹਨਾਂ ਕਿਨਾਰਿਆਂ ਨੂੰ ਨਾ ਢਾ। ਇੱਥੇ ਲੋਕ ਵਸਦੇ ਨੇ, ਇਹਨਾਂ ਦਾ ਨੁਕਸਾਨ ਨਾ ਕਰ। ਤਉ ਪੀ ਲੇਖਾ ਦੇਵਣਾ, ਤੈਨੂੰ ਵੀ ਰੱਬ ਦੀ ਦਰਗਾਹ ਵਿੱਚ ਲੇਖਾ ਦੇਣਾ ਪੈਣਾ ਹੈ। ਜਦੋਂ ਆਪਾਂ ਸ੍ਰੀ ਆਸਾ ਜੀ ਦੀ ਵਾਰ ਪੜ੍ਹਦੇ ਹਾਂ, ਉਸ ਦੇ ਅੰਦਰ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਵਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖਿਆ ਹੈ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲਹਿ ਲਖ ਦਰਿਆ। ਇਹ ਦਰਿਆ ਵੀ, ਪੌਣ ਵੀ, ਹਵਾ ਵੀ, ਸਾਰੇ ਤੱਤ ਉਸ ਵਾਹਿਗੁਰੂ ਦੇ ਪੈ ਵਿੱਚ ਚੱਲਦੇ ਨੇ, ਕਿਸੇ ਦੈਵੀ ਕਾਨੂੰਨ ਦੇ ਵਿੱਚ ਚੱਲਦੇ ਨੇ। ਇਹਨਾਂ ਉੱਤੇ ਵੀ ਕਿਸੇ ਦਾ ਹੁਕਮ ਹੈ। ਹੁਣ ਬਾਬਾ ਫਰੀਦ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਕਰਦੇ ਸਨ। ਉਹਨਾਂ ਨੂੰ ਪਤਾ ਸੀ ਇਹ ਦਰਿਆ ਵੀ ਉਹਦੇ ਹੁਕਮ ਦੇ ਵਿੱਚ ਵਹਿ ਰਿਹਾ ਹੈ। ਇਸੇ ਲਈ ਪਰਮੇਸ਼ਰ ਨੂੰ ਯਾਦ ਕਰਕੇ ਉਸ ਦਰਿਆ ਨੂੰ ਸੰਬੋਧਨ ਕੀਤਾ, ਐ ਦਰਿਆ, ਐ ਵਹਿਣ, ਤੂੰ ਇਹਨਾਂ ਕਿਨਾਰਿਆਂ ਨੂੰ ਨਾ ਢਾ। ਇੱਥੇ ਲੋਕ ਵੀ ਵਸਦੇ ਨੇ, ਲੋਕਾਂ ਨੇ ਫਸਲਾਂ ਵੀ ਬੀਜੀਆਂ ਨੇ। ਜਾਨੀ ਮਾਲੀ ਨੁਕਸਾਨ ਨਾ ਕਰ। ਤਉ ਪੀ ਲੇਖਾ ਦੇਵਣਾ, ਯਾਦ ਰੱਖ, ਤੈਨੂੰ ਵੀ ਰੱਬ ਦੀ ਦਰਗਾਹ ਵਿੱਚ ਲੇਖਾ ਦੇਣਾ ਪੈਣਾ ਹੈ। ਜਿੱਧਰ ਰੱਬ ਰਜਾਏ, ਵਹਿਣ ਤਿਦਾਊ ਗੋਂ ਕਰੇ। ਬਾਬਾ ਫਰੀਦ ਜੀ ਕਹਿੰਦੇ ਨੇ, ਹੇ ਦਰਿਆ, ਜਿੱਧਰ ਰੱਬ ਰਜਾਏ, ਜਿੱਧਰ ਰੱਬ ਦੀ ਮਰਜ਼ੀ ਹੋਵੇ। ਵਹਿਣ ਦਰਿਆ ਦਾ ਨਾਮ ਹੈ। ਵਹਿਣ ਤਿਦਾਊ ਗੋਂ ਕਰੇ, ਤੂੰ ਉਸ ਪਾਸੇ ਨੂੰ ਆਪਣਾ ਜਾਣਾ ਕਰ। ਜਿੱਧਰ ਪਰਮੇਸ਼ਰ ਦੀ ਮਰਜ਼ੀ ਹੈ ਉਸ ਪਾਸੇ ਚੱਲ। ਇਹਦੇ ਦੋ ਭਾਵ ਨੇ। ਇੱਕ ਤਾਂ ਜਿਹੜੇ ਪਾਸੇ ਦਰਿਆਵਾਂ ਨੂੰ, ਦਰਿਆਵਾਂ ਦੇ ਵਹਿਣ ਚੱਲਦੇ ਹਨ, ਉਧਰ ਰੱਬ ਦੀ ਮਰਜ਼ੀ ਹੁੰਦੀ ਹੈ। ਪਾਣੀ ਦਾ ਸੁਭਾਵ ਹੈ, ਪਾਣੀ ਚੱਲੇ ਨਿਵਾਣ ਨੂੰ, ਪਾਣੀ ਨੀਵੇਂ ਪਾਸੇ ਵੱਲ ਨੂੰ ਜਾਂਦਾ। ਅਤੇ ਬਾਬਾ ਫਰੀਦ ਜੀ ਨੇ ਆਖਿਆ ਵੀ ਤੂੰ ਕਿਨਾਰੇ ਨਾ ਢਾਹ, ਜਿਹੜਾ ਤੇਰਾ ਅਸਲੀ ਰਾਹ ਹੈ, ਜਿੱਧਰ ਪਰਮੇਸ਼ਰ ਦੀ ਰਜ਼ਾ ਹੈ, ਜਿਹੜੇ ਪਾਸੇ ਅੱਗੇ ਚੱਲਦਾ ਹੈ, ਉਸੇ ਪਾਸੇ ਵੱਲ ਨੂੰ ਚੱਲ। ਦੂਜਾ ਇਹਦੇ ਵਿੱਚ ਭਾਵ ਇਹ ਵੀ ਹੈ, ਜਦੋਂ ਬਾਬਾ ਫਰੀਦ ਜੀ ਨੇ ਦਰਿਆ ਨੂੰ ਆਖਿਆ ਤੂੰ ਕਿਨਾਰੇ ਕਿਉਂ ਢਾਉਣਾ, ਜਿੱਧਰ ਰੱਬ ਦੀ ਮਰਜ਼ੀ ਉਸ ਪਾਸੇ ਜਾ, ਫਿਰ ਮਨ ਵਿੱਚ ਖਿਆਲ ਆਉਂਦਾ ਹੈ, ਖਬਰਾਂ ਰੱਬ ਦੀ ਮਰਜ਼ੀ ਹੀ ਹੁਣ ਇਹ ਹੋਵੇ, ਇਸ ਦਰਿਆ ਨੂੰ ਹੁਕਮ ਕਰ ਦਿੱਤਾ ਹੋਵੇ, ਤੂੰ ਇਹਨਾਂ ਕਿਨਾਰਿਆਂ ਨੂੰ ਢਾਹ, ਪਾਪੀਆਂ ਨੂੰ ਸਜ਼ਾ ਦੇਣੀ ਹੈ। ਇਸ ਲਈ ਕਿਧਰੇ ਮੈਂ ਗਲਤੀ ਤੇ ਨਹੀਂ ਕਰ ਰਿਹਾ। ਫਿਰ ਉਹਨਾਂ ਨੇ ਭਾਣੇ ਵਿੱਚ ਆ ਕੇ ਇਹ ਪੰਕਤੀ ਉਚਾਰਨ ਕੀਤੀ, ਹੇ ਵਹਿਣ ਦਰਿਆ, ਜਿੱਧਰ ਰੱਬ ਦੀ ਮਰਜ਼ੀ ਹੈ ਤੂੰ ਉਸੇ ਪਾਸੇ ਚੱਲ। ਜੇ ਰੱਬ ਦੀ ਮਰਜ਼ੀ ਇਹੀ ਹੈ, ਪਾਪੀਆਂ ਨੂੰ ਸਜ਼ਾ ਦੇਣੀ ਹੈ, ਫਿਰ ਭਾਵੇਂ ਕਿਨਾਰੇ ਢਾਹ,
ਜੋ ਮਰਜ਼ੀ ਕਰਨਾ ਕਰ, ਸਾਨੂੰ ਵਾਹਿਗੁਰੂ ਦਾ ਭਾਣਾ ਮਿੱਠਾ ਲੱਗਦਾ ਹੈ। ਫਰੀਦਾ ਦੁੱਖਾ ਸੇਤੀ ਦੇਹੋ ਗਿਆ, ਸੂਲਾਂ ਸੇਤੀ ਰਾਤ। ਲਓ, ਜਦੋਂ ਹੜ੍ਹ ਦਾ ਪਾਣੀ ਆਇਆ ਹੋਵੇ ਨਾ, ਉਸ ਵੇਲੇ ਨਾ ਤੇ ਬਾਹਰ ਨਿਕਲਿਆ ਜਾਂਦਾ ਹੈ ਤੇ ਨਾ ਹੀ ਰਾਤ ਨੂੰ ਚੈਨ ਦੇ ਨਾਲ ਸੌਂਇਆ ਜਾਂਦਾ ਹੈ। ਕਿਉਂ? ਇਹੀ ਡਰ ਬਣਿਆ ਰਹਿੰਦਾ ਹੈ ਬਈ ਕਿਧਰੇ ਦਰਿਆ ਦਾ ਪਾਣੀ, ਹੜ੍ਹ ਦਾ ਪਾਣੀ ਘਰਾਂ ਵਿੱਚ ਨਾ ਆ ਜਾਵੇ, ਕੋਈ ਜਾਨੀ ਮਾਲੀ ਨੁਕਸਾਨ ਨਾ ਕਰ ਦੇਵੇ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਦੁੱਖਾਂ ਸੇਤੀ ਦੇਹੋ ਗਿਆ। ਸਾਡਾ ਦਿਨ ਦੁੱਖਾਂ ਦੇ ਨਾਲ ਹੀ ਸਾਰਾ ਬਤੀਤ ਹੋਇਆ ਹੈ, ਭਾਵ ਇਸ ਡਰ ਦੇ ਵਿੱਚ ਕਿਧਰੇ ਕੋਈ ਸਾਡਾ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ। ਸੱਚਮੁੱਚ ਜਦੋਂ ਫਲੱਡ ਆਉਂਦਾ ਹੈ, ਉਸ ਵੇਲੇ ਲੋਕਾਂ ਦੀ ਜਾਨ ਤਰਾ ਤਰਾ ਕਰਦੀ ਹੈ। ਹੁਣ ਸਾਡਾ ਵੀ ਦਿਨ ਦੁੱਖਾਂ ਦੇ ਵਿੱਚ ਬਤੀਤ ਹੋਇਆ ਹੈ। ਸੂਲਾਂ ਸੇਤੀ ਰਾਤ, ਤੇ ਰਾਤ ਜਿਵੇਂ ਸੂਲਾਂ ਦੀ ਸੇਜ 'ਤੇ ਸੌਣਾ ਪਵੇ, ਇਸ ਤਰ੍ਹਾਂ ਦੁੱਖਾਂ ਵਿੱਚ ਬਤੀਤ ਹੋਈ ਹੈ। ਵੀ ਰਾਤ ਨੂੰ ਵੀ ਲੋਕੀ ਡਰਦੇ ਨੇ ਕਿਧਰੇ ਕੋਈ ਪਾਣੀ ਆ ਕੇ ਸਾਡਾ ਨੁਕਸਾਨ ਨਾ ਕਰ ਦੇਵੇ। ਖੜਾ ਪੁਕਾਰੇ ਪਾਤਣੀ, ਬੇੜਾ ਕੱਪਰਵਾਤ। ਪਾਤਣੀ ਦਾ ਅਰਥ ਹੈ ਮਲਾਹ। ਮਲਾਹ ਉਸ ਦਰਿਆ 'ਤੇ ਖੜਾ ਪੁਕਾਰੇ, ਉੱਚੀ ਉੱਚੀ ਪੁਕਾਰ ਰਿਹਾ ਹੈ, ਲੋਕਾਂ ਨੂੰ ਸਾਵਧਾਨ ਕਰ ਰਿਹਾ ਹੈ। ਬੇੜਾ ਕੱਪਰ ਵਾਤ ਪਾਈ, ਤੁਹਾਡਾ ਬੇੜਾ, ਕੱਪਰ ਦਾ ਅਰਥ ਹੈ ਲਹਿਰ, ਵਾਤ ਦਾ ਅਰਥ ਹੈ ਮੁੱਖ, ਇਹ ਲਹਿਰਾਂ ਦੇ ਮੂੰਹ ਦੇ ਵਿੱਚ ਆ ਚੁੱਕੀ ਹੈ ਅਤੇ ਤੁਸੀਂ ਮੌਤ ਦੇ ਮੂੰਹ ਦੇ ਵਿੱਚ ਜਾਣ ਵਾਲੇ ਹੋ। ਜਦੋਂ ਇਹੋ ਜਿਹੀ ਸਥਿਤੀ ਬਣ ਜਾਵੇ, ਬੇੜਾ ਜਿਹੜੀਆਂ ਸਮੁੰਦਰ ਦੀਆਂ ਲਹਿਰਾਂ ਦੇ ਵਿੱਚ ਘਿਰ ਜਾਵੇ, ਅਤੇ ਫਿਰ ਉਸ ਵੇਲੇ ਸਾਰਾ ਦਿਨ ਦੁੱਖਾਂ ਵਿੱਚ ਬੀਤਦਾ ਹੈ ਅਤੇ ਰਾਤ ਵੀ ਸੂਲਾਂ 'ਤੇ ਲੰਘਦੀ ਹੈ। ਅੰਤਰੀਵ ਅਰਥ ਇਹ ਹੈ, ਦੁੱਖਾਂ ਸੇਤੀ ਦੇਹੋ ਗਿਆ, ਸੂਲਾਂ ਸੇਤੀ ਰਾਤ। ਵੀ ਜਿਹੜਾ ਜਵਾਨੀ ਦਾ ਸਮਾਂ ਸੀ, ਉਹ ਤਾਂ ਸਾਰਾ ਦੁੱਖਾਂ ਦੇ ਵਿੱਚ ਹੀ ਬਤੀਤ ਹੋ ਚੁੱਕਿਆ ਹੈ, ਅਤੇ ਆਹ ਜਿਹੜੀ ਬੁਢੇਪੇ ਦੀ ਅਵਸਥਾ ਸੀ, ਰਾਤ ਵਾਂਗ ਇਹ ਵੀ ਸੂਲਾਂ ਵਾਂਗੂ ਸਾਡੀ ਬਤੀਤ ਹੋ ਰਹੀ ਹੈ। ਕਿਉਂ? ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ, ਅਤੇ ਜਿਹੜਾ ਮੌਤ ਰੂਪੀ ਦਰਿਆ ਹੈ, ਕਾਲ ਰੂਪੀ ਦਰਿਆ ਹੈ, ਉਹਦਾ ਡਰ ਸਾਨੂੰ ਪਰੇਸ਼ਾਨ ਕਰ ਰਿਹਾ ਹੈ। ਖੜਾ ਪੁਕਾਰੇ ਪਾਤਨੀ, ਪਾਤਨੀ ਤੋਂ ਭਾਵ ਹੈ ਮਲਾਹ। ਮਲਾਹ ਕੌਣ ਹੈ? ਸਤਿਗੁਰੂ ਸੱਚੇ ਪਾਤਸ਼ਾਹ ਅਥਵਾ ਜਿਹੜੇ ਹੋਰ ਮਹਾਂਪੁਰਖ ਨੇ, ਉਹ ਇਸ ਦਰਿਆ ਦੇ ਪਤਨ 'ਤੇ ਖੜੇ, ਸੰਸਾਰ ਦਰਿਆ ਹੈ, ਇਹਦੇ ਪਤਨ 'ਤੇ ਖੜੇ ਉੱਚੀ ਉੱਚੀ ਪੁਕਾਰ ਰਹੇ ਨੇ, ਭਾਈ ਬਚੋ ਬਚੋ, ਜਾਗੋ ਜਾਗੋ, ਸੂਤਿਓ ਚੱਲਿਆ ਬਣਜਾਰਾ। ਸੰਸਾਰ ਸਮੁੰਦੇ ਤਾਰ ਗੋਬਿੰਦੈ, ਤਾਰ ਲੈ ਬਾਪ ਬੀਠਲਾ। ਸਾਡੇ ਜੀਵਨ ਦਾ ਬੇੜਾ ਕਾਮ ਕ੍ਰੋਧ ਆਦਿਕ ਜੋ ਵਿਕਾਰ ਨੇ, ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ੇ ਨੇ, ਇਹਨਾਂ ਦੀਆਂ ਵਾਸ਼ਨਾਵਾਂ ਦੀਆਂ ਲਹਿਰਾਂ ਦੇ ਮੂੰਹ ਦੇ ਵਿੱਚ ਆਇਆ ਹੋਇਆ ਹੈ। ਇਸ ਵਾਸਤੇ ਸਾਡਾ ਜੀਵਨ ਖਤਰੇ ਵਿੱਚ ਹੈ, ਅਤੇ ਗੁਰੂ ਮਹਾਰਾਜ ਸਾਨੂੰ ਸਾਵਧਾਨ ਕਰਦੇ ਨੇ, ਅਤੇ ਜਿਹੜੇ ਤੇ ਭਾਈ ਗੁਰੂ ਦੀ ਸ਼ਰਨ ਵਿੱਚ ਆ ਜਾਣਗੇ ਉਹ ਬਚ ਜਾਣਗੇ, ਨਹੀਂ ਤੇ ਜੀਵਨ ਦਾ ਬੇੜਾ ਇਹਨਾਂ ਪਦਾਰਥਾਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਨਸ਼ਿਆਂ ਵਿਸ਼ਿਆਂ ਦੇ ਵਿੱਚ ਰੁੜ ਜਾਵੇਗਾ। ਲੰਮੀ ਲੰਮੀ ਨਦੀ ਵਹਿ, ਕੰਦੀ ਕੇਰੈ ਹੇਤ। ਉਹ ਬਾਬਾ ਫਰੀਦ ਜੀ ਕਹਿੰਦੇ ਨੇ, ਇਹ ਜਿਹੜੀ ਨਦੀ ਹੈ ਨਾ, ਇਹ ਹੁਣ ਇਸਤਰੀ ਲਿੰਗ ਹੈ ਨਦੀ, ਦਰਿਆ ਅਤੇ ਵਹਿਣ ਇਹ ਪੁਲਿੰਗ ਸ਼ਬਦ ਸਨ। ਇਹ ਜਿਹੜੀ ਦੁੱਖਾਂ ਦੀ ਨਦੀ ਹੈ, ਬਹੁਤ ਲੰਮੀ ਲੰਮੀ ਵਗ ਰਹੀ ਹੈ। ਕੰਧੀ ਕੀਰਾ ਹੇਤ, ਅਤੇ ਇਹਦਾ ਕਿਨਾਰਿਆਂ ਦੇ ਨਾਲ ਹੀ ਬਹੁਤਾ ਹੇਤ ਪ੍ਰੇਮ ਹੈ। ਨਦੀ ਦਾ ਸੁਭਾਅ ਹੀ ਹੈ, ਉਹ ਆਪਣੇ ਕਿਨਾਰਿਆਂ ਨੂੰ ਢਾਉਂਦੀ ਹੈ। ਜਦੋਂ ਨਦੀ ਵਿੱਚ ਪਾਣੀ ਵਧੇਰੇ ਆਉਂਦਾ ਹੈ ਅਤੇ ਉਸ ਵੇਲੇ ਕਿਨਾਰਿਆਂ ਨੂੰ ਢਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਜਿਹੜੀ ਦੁੱਖਾਂ ਦੀ ਨਦੀ ਹੈ, ਇਹ ਵੀ ਕਿਨਾਰਿਆਂ ਵਾਂਗੂ ਜਿਹੜੇ ਜੀਵ ਸੰਸਾਰ ਦੇ ਵਿੱਚ ਰਹਿੰਦੇ ਨੇ,
ਤੇ ਉਹਨਾਂ ਨੂੰ ਢਾ ਰਹੀ ਹੈ। ਬੇੜੇ ਨੂੰ ਕੱਪਰ ਕਿਆ ਕਰੇ, ਜੇ ਪਾਤਨ ਰਹਿ ਸੁਚੇਤ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਬੇੜੇ ਨੂੰ ਕੱਪਰ ਦਾ ਅਰਥ ਹੈ ਲਹਿਰ। ਇਹ ਵਾਸ਼ਨਾ ਵਿਕਾਰ ਕੀ ਕਰ ਸਕਦੇ ਨੇ? ਕੁਝ ਨਹੀਂ ਵਿਗਾੜ ਸਕਦੇ, ਪਰ ਇੱਕ ਸ਼ਰਤ ਹੈ, ਜੇ ਪਾਤਨ ਰਹਿ ਸੁਚੇਤ, ਵੀ ਜੇ ਮਲਾਹ ਸਾਵਧਾਨ ਹੋ ਕੇ ਰਵੇ। ਮਲਾਹ ਬੇੜੇ ਦੇ ਉੱਤੇ ਐਨ ਚੁਕੰਨਾ ਹੋ ਕੇ ਸਾਵਧਾਨ ਹੋ ਕੇ ਪਹਿਰਾ ਦਿੰਦਾ ਹੋਵੇ ਤੇ ਫਿਰ ਬੇੜੇ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ। ਬਾਬਾ ਫਰੀਦ ਜੀ ਨੇ ਆਖਿਆ ਸੀ ਨਾ, ਬੇੜਾ ਕੱਪਰਵਾਤ, ਵੀ ਤੁਹਾਡੇ ਜੀਵਨ ਦਾ ਬੇੜਾ ਲਹਿਰਾਂ ਦੇ ਮੂੰਹ ਵਿੱਚ ਆਇਆ ਹੋਇਆ ਹੈ। ਹੁਣ ਅੱਗੇ ਉਸ ਦਾ ਉਪਾਅ ਦੱਸਿਆ ਵੀ ਤੁਸੀਂ ਡੁੱਬਣ ਤੋਂ ਆਪਣੇ ਜੀਵਨ ਦੇ ਬੇੜੇ ਨੂੰ ਕਿਵੇਂ ਬਚਾ ਸਕਦੇ ਹੋ। ਤੁਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਓ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕਿ ਕਾਰਜ ਪੂਰਾ। ਫਿਰ ਜਿਹੜੇ ਆ ਵਿਸ਼ੇ ਵਿਕਾਰ ਨੇ, ਲਹਿਰਾਂ ਨੇ, ਇਹ ਤੁਹਾਡੇ ਜੀਵਨ ਦੇ ਬੇੜੇ ਨੂੰ ਡੋਬ ਨਹੀਂ ਸਕਣਗੀਆਂ। ਕਿਉਂ? ਤੁਹਾਡੇ ਸਿਰ ਉੱਤੇ ਗੁਰੂ ਮਹਾਰਾਜ ਸਾਵਧਾਨ ਹੋ ਕੇ ਪਹਿਰਾ ਦੇਣਗੇ, ਤੁਹਾਡੀ ਰੱਖਿਆ ਕਰਨਗੇ। ਅਥਵਾ ਲੰਮੀ ਨਦੀ ਵਹਿ, ਵੀ ਇਹ ਜਦੋਂ ਆਪਾਂ ਪਰਲੋਕ ਦੇ ਰਸਤੇ ਵਿੱਚ ਜਾਂਦੇ ਹਾਂ, ਉੱਥੇ ਵੀ ਇੱਕ ਨਦੀ ਹੈ ਜਿਸ ਨੂੰ ਸਨਾਤਨ ਮਤ ਦੇ ਧਰਮ ਗ੍ਰੰਥਾਂ ਵਿੱਚ ਬੈਤਰਣੀ ਨਦੀ ਲਿਖਿਆ ਹੈ। ਅਤੇ ਬਾਬਾ ਫਰੀਦ ਜੀ ਨੇ ਉਹਨੂੰ ਪੁਰਸਲਾਤ ਦਾ ਨਾਮ ਦਿੱਤਾ ਹੈ, ਪਰ ਉਸ ਦਾ ਪੂਰਾ ਨਾਮ ਸਲਾਤਲ ਮੁਸਤਕੀਮ ਹੈ। ਭਾਵ ਇਸਲਾਮ ਨੇ ਵੀ ਇਸ ਗੱਲ ਨੂੰ ਪ੍ਰਵਾਨਿਆ ਹੈ ਵੀ ਅੱਗੇ ਕੋਈ ਨਦੀ ਹੈ। ਪੁਰਸਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨਾ ਅਕੇਲਾ। ਅਤੇ ਉੱਥੋਂ ਦੀ ਜਾਣਾ ਪੈਂਦਾ। ਇਹ ਜਿਹੜੀ ਬੈਤਰਣੀ ਨਦੀ ਹੈ ਜਾਂ ਪੁਰਸਲਾਤ ਹੈ, ਇਹ ਵੀ ਬੜੀ ਲੰਬੀ ਹੈ, ਬੜੀ ਦੇਰ ਤੋਂ ਚੱਲੀ ਆ ਰਹੀ ਹੈ। ਇਹਦਾ ਪਤਾ ਹੀ ਨਹੀਂ ਕਦੋਂ ਸੰਸਾਰ ਬਣਿਆ, ਕਦੋਂ ਤੋਂ ਨਦੀ ਵਗ ਰਹੀ ਹੈ। ਔਰ ਇਹਦਾ ਸੁਭਾਅ ਹੈ, ਜਿਹੜੇ ਇਸ ਦੇ ਕਿਨਾਰੇ 'ਤੇ ਬਿਰਸ਼ ਨੇ, ਘਰ ਨੇ ਬਣੇ ਹੋਏ, ਉਹਨਾਂ ਨੂੰ ਢਾਉਂਦੀ ਹੈ। ਇਹ ਜਿਹੜੀ ਬੈਤਰਣੀ ਨਦੀ ਹੈ ਜਾਂ ਸਲਾਤਲ ਮੁਸਤਕੀਮ ਹੈ, ਵੀ ਜਿਹੜਾ ਉਸ ਦੇ ਨੇੜੇ ਚਲਿਆ ਜਾਂਦਾ ਹੈ, ਕਿਨਾਰੇ 'ਤੇ ਖਲੋ ਜਾਂਦਾ, ਉਹਨਾਂ ਨੂੰ ਢਾਉਂਦੀ ਹੈ, ਪਾਪੀਆਂ ਨੂੰ ਰੋੜ ਕੇ ਲੈ ਜਾਂਦੀ ਹੈ, ਅਤੇ ਜਿਹੜੇ ਪੁੰਨੀ ਨੇ ਉਹੀ ਬਚਦੇ ਨੇ। ਪਰ ਬਾਬਾ ਫਰੀਦ ਜੀ ਕਹਿੰਦੇ ਨੇ, ਤੁਸੀਂ ਸੱਚੇ ਗੁਰੂ ਦੀ ਸ਼ਰਨ ਵਿੱਚ ਆ ਜਾਓ, ਅਤੇ ਫਿਰ ਤੁਹਾਡੇ ਜੀਵਨ ਦੇ ਬੇੜੇ ਨੂੰ ਇਹ ਲਹਿਰਾਂ ਕੁਝ ਨਹੀਂ ਵਿਗਾੜ ਸਕਦੀਆਂ। ਤੁਹਾਡੇ ਜੀਵਨ ਦੇ ਬੇੜੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੀਆਂ। ਕਿਉਂ? ਤੁਹਾਡੇ ਸਿਰ ਉੱਤੇ ਗੁਰੂ ਦਾ ਹੱਥ ਹੋਵੇਗਾ। ਜੇ ਪਾਤਨ ਮਲਾਹ ਸੁਚੇਤ ਹੋਵੇਗਾ, ਅਤੇ ਫਿਰ ਤੁਹਾਡੇ ਬੇੜੇ ਨੂੰ ਕੋਈ ਡਰ ਨਹੀਂ ਰਹੇਗਾ। ਫਰੀਦਾ ਗੱਲੀ ਸੋ ਸੱਜਣ ਵੀਹੀ, ਇੱਕ ਢੂੰਢੇਂਦੀ ਨਾਲ ਹਾਂ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਜਿਹੜੇ ਦੁਨੀਆ ਦੇ ਮਾਹੌਲ ਦੇ ਅੰਦਰ ਵਿਚਰਨ ਵਾਲੇ ਲੋਕ ਨੇ, ਜਦੋਂ ਕਿਤੇ ਸਾਨੂੰ ਲੋੜ ਪੈਂਦੀ ਹੈ ਅਤੇ ਅਸੀਂ ਉਹਨਾਂ ਦੇ ਕੋਲ ਜਾਂਦੇ ਹਾਂ। ਗੱਲਾਂ ਦੇ ਨਾਲ ਤੇ ਬੜਾ ਉਹ ਸਾਨੂੰ ਹੌਸਲਾ ਦਿੰਦੇ ਨੇ, ਦਿਲਾਸਾ ਦਿੰਦੇ ਨੇ, ਪਰ ਜਦੋਂ ਕੋਈ ਮੁਸੀਬਤ ਆ ਜਾਂਦੀ ਹੈ, ਫਿਰ ਕੋਲੇ ਸਾਡੇ ਨਾਲ ਕੋਈ ਨਹੀਂ ਖੜਦਾ। ਜਿਹੜੇ ਇਹ ਕਹਿੰਦੇ ਸਨ ਵੀ ਅਸੀਂ ਤਾਂ ਜ਼ਿੰਦਗੀ ਤੇਰੇ ਨਾਲ ਦੋਸਤੀ ਨਿਭਾਵਾਂਗੇ, ਲੋੜ ਪਈ ਤਾਂ ਪਾਣੀ ਦੀ ਥਾਂ 'ਤੇ ਅਸੀਂ ਲਹੂ ਡੋਲ ਦਿਆਂਗੇ, ਪਰ ਜਦੋਂ ਮੁਸੀਬਤ ਆਉਂਦੀ ਹੈ ਤਾਂ ਸਾਰੇ ਮੂੰਹ ਮੁੜ ਜਾਂਦੇ ਨੇ। ਮਰਦੇ ਦੇ ਮੂੰਹ ਦੇ ਵਿੱਚ ਪਾਣੀ ਵੀ ਨਹੀਂ ਪਾ ਸਕਦੇ, ਲਹੂ ਤਾਂ ਕੀ ਵਹਾਉਣਾ ਹੈ। ਭਾਵ ਥੋਥੀਆਂ ਫੜਾਂ ਮਾਰਦੇ ਨੇ। ਬਾਬਾ ਫਰੀਦ ਜੀ ਉਹਨਾਂ ਦੇ ਬਾਰੇ ਦੱਸਦੇ ਨੇ, ਫਰੀਦਾ ਗੱਲੀ ਸੋ ਸੱਜਣ ਵੀ, ਗੱਲਾਂ ਕਰਨ ਵਾਲੇ ਤੇ 20 ਸੱਜਣ ਮਿਲ ਜਾਂਦੇ ਨੇ, ਇੱਕ ਢੂੰਢੇਂਦੀ ਨਾ ਲਹਾਂ। ਅਤੇ ਜਿਹਨੇ ਔਖੇ ਸਮੇਂ ਮਦਦ ਕਰਨੀ ਹੋਵੇ, ਖਾਸ ਕਰਕੇ ਜਦੋਂ ਮੌਤ ਦਾ ਸਮਾਂ ਆਉਂਦਾ ਹੈ, ਪਰਲੋਕ ਦੇ ਰਸਤੇ ਜਾਣਾ ਪੈਂਦਾ ਹੈ। ਜੇ ਮਾਰੇ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਉੱਥੇ ਸਾਡੀ ਸਹਾਇਤਾ ਕਰਨ ਵਾਲਾ ਇੱਕ ਵੀ ਨਹੀਂ ਲੱਭਦਾ। ਇੱਥੇ ਦੁਨੀਆ ਵਿੱਚ ਤਾਂ 20 ਸੱਜਣ ਮਿਲ ਜਾਂਦੇ ਨੇ, ਗੱਲੀ ਬਾਤੀ ਦਿਲਾਸਾ ਦੇਣ ਵਾਲੇ,
ਪਰ ਦੁੱਖ ਦੇ ਵਿੱਚ, ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲਾ ਇੱਕ ਵੀ ਨਹੀਂ ਸਾਨੂੰ ਲੱਭ ਰਿਹਾ। ਤੁਖਾਂ ਜਿਉ ਮਾਲੀਹੀ ਕਾਰਨ ਤਿਨਾ ਮਾਂ ਪਿਰੀ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਮਾਲੀਹੀ ਦਾ ਅਰਥ ਵਿਦਵਾਨਾਂ ਨੇ ਕੀਤਾ ਜਿਵੇਂ ਗਿੱਲਾ ਗੋਹਾ ਧੁਖਦਾ ਰਹਿੰਦਾ, ਅੱਗ ਨਹੀਂ ਬਲਦੀ, ਜਾਂ ਮਾਲੀਹੀ ਜਿਹੜਾ ਗੋਹੇ ਦਾ, ਸੁੱਕੇ ਗੋਹੇ ਦਾ ਬੂਰਾ ਜਿਹਾ ਹੁੰਦਾ। ਇੱਕ ਤਾਂ ਆਪਾਂ ਪਾਥੀਆਂ ਪੱਥ ਲੈਂਦੇ ਹਾਂ ਨਾ, ਅਤੇ ਕਈ ਵਾਰੀ ਉਹ ਜਿਹੜਾ ਚੂਰਾ ਜਿਹਾ ਰਹਿ ਜਾਂਦਾ ਹੈ ਅਤੇ ਉਹਨੂੰ ਮਾਲੀ ਕਹਿੰਦੇ ਨੇ, ਬਰੀਕ ਗੋਹੇ ਨੂੰ ਮਾਲੀ। ਧੁੱਖਾਂ ਜਿਉਂ ਮਾਲੀਹੀ, ਅਸੀਂ ਗਿੱਲੇ ਗੋਹੇ ਵਾਂਗੂ, ਗਿੱਲੀ ਪਾਥੀ ਵਾਂਗੂ ਧੁਖਦੇ ਹਾਂ। ਕਾਰਨ ਤਿੰਨਾ ਮਾਂ ਪਿਰੀ, ਕਾਹਦੀ ਖਾਤਰ? ਤਿੰਨਾ ਮਾਂ ਪਿਰੀ, ਮੇਰਾ ਪਿਰੀ ਪਤੀ ਜੋ ਪਰਮੇਸ਼ਰ ਹੈ, ਉਹ ਅਸਲੀ ਮਿੱਤਰ ਹੈ, ਉਹਦੇ ਲਈ ਅਸੀਂ ਹਮੇਸ਼ਾ ਲਈ ਗਿੱਲੇ ਗੋਹੇ ਵਾਂਗੂ ਧੁਖਦੇ ਰਹਿੰਦੇ ਹਾਂ। ਇਹਦਾ ਮਤਲਬ ਇਹ ਹੈ, ਉਹਦਾ ਵਿਛੋੜਾ ਸਾਡੇ ਕੋਲੋਂ ਝੱਲਿਆ ਨਹੀਂ ਜਾਂਦਾ ਅਤੇ ਉਹਨੂੰ ਮਿਲਣ ਵਾਸਤੇ ਅਸੀਂ ਹਮੇਸ਼ਾ ਲਈ ਯਤਨ ਕਰਦੇ ਰਹਿੰਦੇ ਹਾਂ। ਫਰੀਦਾ ਇਹੋ ਤਨ ਭੌਕਣਾ, ਨਿਤ ਨਿਤ ਦੁਖੀਐ ਕੌਣ। ਲੋ ਬਾਬਾ ਫਰੀਦ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਗੁਰਮੁਖੋ ਆ ਜੋ ਸਾਡਾ ਤਨ ਸਰੀਰ ਹੈ ਭੌਂਕਣਾ, ਇਹ ਭੌਂਕਣ ਵਾਲਾ ਹੈ। ਭੌਂਕਦਾ ਕੌਣ ਹੁੰਦਾ? ਕੁੱਤਾ। ਇਹ ਸਾਡਾ ਸਰੀਰ ਵੀ ਕੁੱਤੇ ਵਾਂਗੂ ਭੌਂਕਦਾ। ਕੁੱਤੇ ਦਾ ਸੁਭਾਅ ਹੁੰਦਾ ਹੈ, ਜੇ ਤਾਂ ਕੋਈ ਉਸ ਨੂੰ ਬੁਰਕੀ ਪਾ ਦੇਵੇ ਫਿਰ ਤਾਂ ਪੂਛ ਹਿਲਾਉਣ ਲੱਗ ਜਾਂਦਾ ਹੈ, ਪੈਰਾਂ ਨੂੰ ਚੱਟਣ ਲੱਗ ਜਾਂਦਾ ਹੈ, ਅਤੇ ਜੇ ਤੁਸੀਂ ਕੁਛ ਨਾ ਪਾਓ ਜਾਂ ਘੂਰ ਦਿਓ ਤਾਂ ਫਿਰ ਭੌਂਕਣ ਲੱਗ ਜਾਂਦੇ। ਸਾਡੇ ਸਰੀਰ ਦਾ ਵੀ ਸੁਭਾਅ ਕੁਛ ਇਹੋ ਜਿਹਾ ਹੀ ਹੈ। ਜੇ ਤਾਂ ਇਸ ਨੂੰ ਖਾਣ ਲਈ ਦਿੰਦੇ ਹਾਂ ਫਿਰ ਤਾਂ ਪੂਛਾਂ ਮਾਰਦੇ, ਫਿਰ ਤਾਂ ਪੈਰ ਚੱਟਦਾ ਹੈ, ਅਤੇ ਜੇ ਇਸ ਨੂੰ ਕਿਧਰੇ ਫਾਕਾ ਕੜਾਕਾ ਕੱਟਣਾ ਪੈ ਜਾਵੇ ਅਤੇ ਫਿਰ ਭੌਂਕਣ ਲੱਗ ਜਾਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਸਾਡੇ ਸਰੀਰ ਦਾ ਸੁਭਾਅ ਵੀ ਕੁੱਤੇ ਵਰਗਾ ਹੀ ਹੈ, ਭੌਂਕਣਾ ਅਤੇ ਨਾਲੇ ਚੱਟਣਾ, ਪੂਛ ਹਿਲਾਉਣੀ। ਨਿਤ ਨਿਤ ਦੁਖੀਆ ਕੌਣ, ਅਤੇ ਇਹਦੇ ਲਈ ਰੋਜ਼ ਰੋਜ਼ ਕਿਹੜਾ ਭਾਈ ਦੁਖੀ ਹੋਵੇ। ਸਾਡੇ ਸਰੀਰ ਦਾ ਸੁਭਾਅ ਹੈ, ਘੜੀ ਘੜੀ ਕੁਛ ਖਾਣ ਲਈ ਮੰਗਦਾ ਹੈ, ਪਹਿਨਣ ਲਈ ਮੰਗਦਾ ਹੈ, ਸੁੱਖ ਸਹੂਲਤਾਂ ਮੰਗਦਾ ਰਹਿੰਦਾ। ਵੀ ਹੁਣ ਇਹਦੀਆਂ ਸਾਰੀਆਂ ਖਾਹਿਸ਼ਾਂ ਕਿੱਥੋਂ ਅਸੀਂ ਪੂਰੀਆਂ ਕਰੀਏ। ਹੁਣ ਬਾਬਾ ਫਰੀਦ ਜੀ ਜੰਗਲ ਵਿੱਚ ਰਹਿੰਦੇ ਸਨ, ਹੁਣ ਉੱਥੇ ਘਰ ਵਰਗੇ ਸੁੱਖ ਥੋੜ੍ਹਾ ਸਾਨੂੰ ਮਿਲ ਸਕਦੇ ਨੇ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਇਹ ਸਾਡਾ ਸਰੀਰ ਕੁੱਤੇ ਵਾਂਗੂ ਭੌਂਕਦਾ ਰਹਿੰਦਾ ਹੈ ਅਤੇ ਸਾਨੂੰ ਚੈਨ ਨਾਲ ਬਹਿਣ ਨਹੀਂ ਦਿੰਦਾ। ਇਹਦੇ ਲਈ ਰੋਜ਼ ਰੋਜ਼ ਕਿਹੜਾ ਦੁਖੀ ਹੋਵੇ। ਕੰਨੀ ਬੁੱਝੇ ਦੇ ਰਹਾ, ਕੀਤੀ ਵਗੈ ਪੌਣ। ਉਹ ਬਾਬਾ ਫਰੀਦ ਜੀ ਕਹਿੰਦੇ ਨੇ, ਫਿਰ ਮੈਂ ਤੇ ਫੈਸਲਾ ਕਰ ਲਿਆ ਵੀ ਹੁਣ ਕੁੱਤੇ ਨੇ ਤੇ ਭੌਂਕਣਾ ਹੀ ਹੈ, ਉਹਦਾ ਸੁਭਾਅ ਹੈ। ਕੰਨੀ ਬੁੱਝੇ ਦੇ ਰਹਾ, ਅਤੇ ਮੈਂ ਆਪਣੇ ਕੰਨਾਂ ਦੇ ਵਿੱਚ ਹੀ, ਬੁੱਝੇ ਦਾ ਅਰਥ ਹੈ ਮੈਂ ਢੱਕਣ ਲਾ ਦਿੱਤੇ ਨੇ, ਅਤੇ ਜਾਂ ਇਉਂ ਕਹਿ ਲਓ ਵੀ ਮੈਂ ਆਪਣੇ ਕੰਨਾਂ ਦੇ ਵਿੱਚ ਰੂੰ ਦੇ ਫੰਬੇ ਉਹ ਪਾ ਲਏ ਨੇ ਵੀ ਹੁਣ ਕੁੱਤੇ ਦੀ ਆਵਾਜ਼ ਹੀ ਨਾ ਸੁਣੇ। ਕੰਨੀ ਬੁੱਝੇ ਦੇ ਰਹਾ, ਅਸੀਂ ਆਪਣੇ ਕੰਨਾਂ ਦੇ ਵਿੱਚ ਢੱਕਣ ਲਾ ਲਏ ਨੇ। ਆ ਜਿਵੇਂ ਕਈ ਜਿਹੜੇ ਲੋਕ ਫੈਕਟਰੀਆਂ ਵਿੱਚ ਕੰਮ ਕਰਦੇ ਹਨ, ਉੱਥੇ ਇੰਨਾ ਖੜਕਾ ਹੁੰਦਾ ਹੈ, ਫਿਰ ਉਹ ਕੰਨਾਂ ਦੇ ਉੱਤੇ ਉਹ ਕੋਈ ਨਾ ਕੋਈ ਇਹੋ ਜਿਹੀ ਚੀਜ਼ ਲਾ ਲੈਂਦੇ ਨੇ ਵੀ ਉਹ ਖੜਕਾ ਸੁਣੇ ਨਾ। ਖਾਸ ਕਰਕੇ ਜਿੱਥੇ ਏਅਰਪੋਰਟ ਹੁੰਦੇ ਨੇ, ਵੱਡੇ ਜਹਾਜ਼ ਉੱਥੇ ਉੱਡਦੇ ਨੇ, ਉੱਥੇ ਵੀ ਬੜੀ ਆਵਾਜ਼ ਹੁੰਦੀ ਹੈ। ਉਹ ਵੀ ਆਪਣੇ ਕੰਨਾਂ 'ਤੇ ਵੀ ਉਹ ਆਵਾਜ਼ ਕੰਨਾਂ ਨੂੰ ਪਰੇਸ਼ਾਨ ਨਾ ਕਰਿਓ। ਕੰਨਾਂ ਦੇ ਉੱਤੇ ਕੋਈ ਨਾ ਕੋਈ ਉਹ ਜਿਵੇਂ ਹੈੱਡਫੋਨ ਹੁੰਦੇ ਨੇ, ਉਸ ਤਰ੍ਹਾਂ ਉਹ ਲਾ ਲੈਂਦੇ ਨੇ ਵੀ ਆਵਾਜ਼ ਡਿਸਟਰਬ ਨਾ ਕਰੇ। ਬੁੱਝੇ ਤੋਂ ਭਾਵ ਹੈ ਪੰਜਾਬੀ ਵਿੱਚ ਰੂੰ ਦੇ ਫੰਬੇ, ਵੀ ਅਸੀਂ ਆਪਣੇ ਕੰਨਾਂ ਨੂੰ ਡੱਟ ਲਾ ਲਏ ਨੇ ਵੀ ਉਹ ਆਵਾਜ਼ ਨਾ ਸੁਣੇ। ਅਸੀਂ ਆਪਣੇ ਕੰਨਾਂ ਵਿੱਚ ਰੂੰ ਦੇ ਫੰਬੇ ਲਾ ਲਏ ਨੇ। ਕੀਤੀ ਵਗੈ ਪੌਣ, ਹੁਣ ਜਿੰਨੀ ਮਰਜ਼ੀ ਹਵਾ ਵਗੀ ਜਾਵੇ, ਹਨੇਰੀ ਵਗੀ ਜਾਵੇ, ਝੱਖੜ ਝੁੱਲੀ ਜਾਵੇ, ਹੁਣ ਸਾਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ। ਇਹਦਾ ਮਤਲਬ ਇਹ ਹੈ ਵੀ ਪਹਿਲਾਂ ਤਾਂ ਸਾਡਾ ਸਰੀਰ ਕੁੱਤੇ ਵਾਂਗੂ ਭੌਂਕਦਾ ਸੀ। ਕੁੱਤੇ ਦਾ ਇਹ ਵੀ ਸੁਭਾਅ ਹੁੰਦਾ ਹੈ ਨਾ ਵੀ ਥਾਂ ਥਾਂ ਉਹ ਮੂੰਹ ਮਾਰਦਾ ਫਿਰਦਾ।
ਕੁਛ ਨਾ ਕੁਛ ਖਾਣ ਲਈ ਭਾਲਦਾ ਫਿਰਦਾ ਹੈ, ਭਾਂਡੇ ਝੂਠੇ ਕਰਦਾ ਫਿਰਦਾ ਸੀ। ਪਰ ਹੁਣ ਅਸੀਂ ਕੰਨਾਂ ਦੇ ਵਿੱਚ ਰੂੰ ਦੇ ਫੰਬੇ ਦੇ ਲਏ ਨੇ, ਅਤੇ ਹੁਣ ਜਿੰਨੀ ਮਰਜ਼ੀ ਵਾਸ਼ਨਾ ਦੀ ਭੁੱਖ ਪਿਆਸ ਦੀ ਪਾਉਣ ਵਗੀ ਜਾਵੇ, ਹੁਣ ਅਸੀਂ ਪਰਵਾਹ ਹੀ ਨਹੀਂ ਕਰਦੇ। ਅਸੀਂ ਸਰੀਰ ਦੀ ਗੱਲ ਹੀ ਨਹੀਂ ਸੁਣਦੇ। ਬਸ ਹੁਣ ਜਿੱਧਰ ਰੱਬ ਦੀ ਮਰਜ਼ੀ ਹੈ ਤੇ ਅਸੀਂ ਇਹਦੀ ਗੱਲ ਸੁਣਨ ਨੂੰ ਹਟ ਗਏ ਹਾਂ। ਫਰੀਦਾ ਰੱਬ ਖੰਜੂਰੀ ਪੱਕੀਆਂ, ਮਾਖਿਆ ਨਹੀਂ ਵਹਨ। ਨਹੀਂ ਈੜੀ ਨਾਲ ਨਈ ਵਹਨ। ਬਾਬਾ ਫਰੀਦ ਜੀ ਕਹਿੰਦੇ ਨੇ, ਗੁਰਮੁਖੋ, ਜੇ ਤੁਸੀਂ ਆਪਣੀ ਉਮਰ ਨੂੰ ਸਫਲ ਕਰਨਾ ਹੈ ਫਿਰ ਆਹ ਗੱਲ ਧਿਆਨ ਨਾਲ ਸੁਣੋ। ਫਰੀਦਾ ਰੱਬ ਖਜੂਰੀ ਪੱਕੀਆਂ। ਬਾਬਾ ਫਰੀਦ ਜੀ ਕਹਿੰਦੇ ਨੇ, ਜਿਹੜੇ ਸੰਤ ਮਹਾਂਪੁਰਖ ਨੇ ਉਹ ਰੱਬ ਦੀਆਂ ਪੱਕੀਆਂ ਖਜੂਰਾਂ ਵਾਂਗ ਨੇ। ਜਿਹੜੀਆਂ ਪੱਕੀਆਂ ਖਜੂਰਾਂ ਬਹੁਤ ਮਿੱਠੀਆਂ, ਬਹੁਤ ਸਵਾਦਿਸ਼ਟ ਹੁੰਦੀਆਂ ਨੇ। ਲਓ, ਜਿਹੜੇ ਰੱਬ ਦੇ ਪਿਆਰੇ ਮਹਾਂਪੁਰਖ ਨੇ ਉਹ ਵੀ ਰੱਬ ਦੀਆਂ ਪੱਕੀਆਂ ਖਜੂਰਾਂ ਵਾਂਗ ਨੇ। ਮਾਖੇ ਨਹੀਂ ਵਹਾਨ। ਤੇ ਜਦੋਂ ਉਹ ਬਚਨ ਕਰਦੇ ਨੇ ਤੇ ਫਿਰ ਸ਼ਹਿਦ ਦੀਆਂ ਨਦੀਆਂ ਵਗ ਪੈਂਦੀਆਂ ਨੇ। ਅੰਮਿਓਂ ਚੱਲੇ ਝਰਨੇ। ਜਦੋਂ ਮਹਾਂਪੁਰਖ ਬੰਦਗੀ ਵਾਲੇ ਕੋਈ ਕਥਾ ਕਰਦੇ ਹਨ ਜਾਂ ਪ੍ਰਚਾਰ ਕਰਦੇ ਨੇ, ਮਾਨੋ ਸ਼ਹਿਦ ਦੀਆਂ ਨਦੀਆਂ ਵਗ ਪੈਂਦੀਆਂ ਹਨ। ਜੋ ਜੋ ਅੰਨ੍ਹੇ ਡੀਹੜਾ, ਸੋ ਉਮਰ ਹੱਥ ਪਵਨ। ਲੋ, ਉਹਨਾਂ ਮਹਾਂਪੁਰਖਾਂ ਦੀ ਸੇਵਾ ਵਿੱਚ ਜਾਂ ਉਹਨਾਂ ਦੀ ਸੰਗਤ ਵਿੱਚ ਜਦੋਂ ਆਪਾਂ ਰਹਿੰਦੇ ਹਾਂ, ਜੋ ਜੋ ਡੀਹੜਾ ਦਾ ਅਰਥ ਹੈ ਦਿਨ। ਜਿਹੜਾ ਜਿਹੜਾ ਦਿਨ ਉੱਥੇ ਵੰਨਿਆਂ ਦਾ ਅਰਥ ਬੀਤਦਾ ਹੈ, ਸੋ ਉਮਰ ਹੱਥ ਪਵਾਨੋ, ਸਾਡੀ ਉਮਰ ਨੂੰ ਹੱਥ ਪੈਂਦਾ ਜਾਂਦਾ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਸੰਗਤ ਵਿੱਚ ਸਾਡੀ ਉਮਰ ਬਤੀਤ ਹੁੰਦੀ ਹੈ ਉਹ ਸਫਲ ਹੋ ਜਾਂਦੀ ਹੈ। ਭਾਈ ਨੰਦ ਲਾਲ ਜੀ ਗੋਇਆ ਨੇ ਫਰਮਾਇਆ ਹੈ, ਖੁਸ਼ ਬਵਦ ਉਮਰ ਦਰ ਯਾਦ ਬੇਗੁਜ਼ਰਦ, ਵਗਰ ਨ ਚੀ ਹਾਸਲ ਅਸ ਗੁੰਬਦੇ ਕਬੂਦ ਮਰਾ। ਇਹਦਾ ਕਿਸੇ ਕਵੀ ਨੇ ਤਰਜਮਾ ਕੀਤਾ ਹੈ, ਉਮਰ ਸਾਈ ਵਿੱਚ ਲਿਖੇ ਦੇ, ਜੋ ਯਾਦ ਸਾਈਂ ਦੀ ਗੁਜ਼ਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਇਸ ਵਿੱਚ ਨੀਲੇ ਹੁਜਰੇ ਸ਼ਾਮ ਤੇ ਫਜਰੇ। ਸ਼ਾਮ ਫਜਰੇ ਤੋਂ ਭਾਵ ਹੈ ਸਵੇਰੇ ਸ਼ਾਮ। ਕੋਈ ਲਾਭ ਨਹੀਂ ਇਸ ਨੀਲੇ ਹੁਜਰੇ। ਨੀਲਾ ਹੁਜਰਾ ਅਸਮਾਨ ਨੂੰ ਕਿਹਾ ਹੈ। ਅਸਮਾਨ ਦੇ ਹੇਠਾਂ ਧਰਤੀ 'ਤੇ ਰਹਿਣ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜੁੜਦੇ। ਸਾਡੀ ਉਮਰ ਉਹੀ ਲੇਖੇ ਵਿੱਚ ਪੈਂਦੀ ਹੈ ਜੋ ਰੱਬ ਦੀ ਯਾਦ ਵਿੱਚ ਲੰਘਦੀ ਹੈ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜਿਹੜੀ ਮਹਾਂਪੁਰਖਾਂ ਦੀ ਸੰਗਤ ਵਿੱਚ ਉਮਰ ਲੰਘਦੀ ਹੈ ਨਾ, ਤੇ ਉਹ ਸਾਡੀ ਉਮਰ ਸਫਲ ਹੋ ਜਾਂਦੀ ਹੈ। ਅਤੇ ਭਾਈ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਬਦਲ ਕੇ ਕੀਤਾ ਹੈ। ਉਹ ਕਹਿੰਦੇ ਨੇ, ਫਰੀਦਾ ਰੱਬ ਖਜੂਰੀ ਪੱਕੀਆਂ, ਮਾਖੇ ਨਹੀਂ ਵਹਨ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਜਿਹੜੇ ਸੰਸਾਰੀ ਬੰਦੇ ਨੇ ਤੇ ਉਹ ਦੁਨੀਆ ਦੇ ਵਿੱਚ ਨਸ਼ੇ ਵਿਸ਼ੇ ਭੋਗਦੇ ਨੇ। ਉਹਨਾਂ ਨੇ ਅਰਥ ਕੀਤਾ ਹੈ ਵੀ ਇਹ ਜਿਹੜਾ ਫਰੀਦਾ ਰੱਬ ਖਜੂਰੀ ਪੱਕੀਆਂ, ਵੀ ਆਹ ਜਿਹੜੇ ਵਿਸ਼ਿਆਂ ਦੇ ਸੁੱਖ ਨੇ ਇਹ ਵੀ ਰੱਬ ਦੀਆਂ ਖਜੂਰਾਂ ਪੱਕੀਆਂ ਹੋਈਆਂ ਨੇ। ਤੇ ਜਿਹੜੇ ਨਸ਼ੇ ਵਿਸ਼ੇ ਨੇ ਇਹ ਮਾਨੋ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਨੇ। ਕਿਉਂਕਿ ਜਿਹੜੇ ਨਸ਼ਿਆਂ ਵਿਸ਼ਿਆਂ ਦੇ ਵਿਕਾਰਾਂ ਦੇ ਭੋਗਣ ਦੇ ਆਦੀ ਨੇ ਤੇ ਉਹਨਾਂ ਨੂੰ ਇਹ ਵੀ ਬੜੇ ਸਵਾਦਿਸ਼ਟ ਲੱਗਦੇ ਨੇ। ਇਹ ਵੀ ਰੱਬ ਦੀਆਂ ਖਜੂਰਾਂ ਪੱਕੀਆਂ ਨੇ। ਤੇ ਇਹ ਜਿਹੜੇ ਸ਼ਰਾਬ ਕਬਾਬ ਦੇ ਪਿਆਲੇ ਨੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਨੇ। ਦੁਨਿਆਵੀ ਦ੍ਰਿਸ਼ਟੀਕੋਣ ਤੋਂ ਉਹਨਾਂ ਨੂੰ ਸਾਰੇ ਪਦਾਰਥ ਚੰਗੇ ਲੱਗਦੇ ਨੇ। ਜੋ ਜੋ ਮੰਨਿਆ ਡਿਹੜਾ, ਜਿਹੜਾ ਜਿਹੜਾ ਦਿਨ ਨਸ਼ਿਆਂ ਵਿਸ਼ਿਆਂ ਦੇ ਵਿੱਚ ਲੰਘਦਾ ਹੈ, ਸੋ ਉਮਰ ਹੱਥ ਪਵਾਨੋ, ਤੁਹਾਡੀ ਉਮਰ ਨੂੰ ਹੱਥ ਪੈਂਦਾ ਹੈ। ਇਹਦਾ ਮਤਲਬ ਇਹ ਹੈ ਉਹ ਤੁਹਾਡੀ ਉਮਰ ਅਜਾਈਂ ਚਲੀ ਜਾਂਦੀ ਹੈ। ਜਿਹੜੀ ਨਸ਼ਿਆਂ ਵਿਸ਼ਿਆਂ ਵਿੱਚ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਤੇ ਉਹ ਸਾਰੀ ਵਿਅਰਥ ਚਲੀ ਜਾਂਦੀ ਹੈ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡਹਿ ਕਾਗ। ਲੋ, ਬਾਬਾ ਫਰੀਦ ਜੀ ਨੇ ਜਦੋਂ ਘੋਰ ਤਪੱਸਿਆ ਕੀਤੀ
ਤੇ ਅੰਨ ਪਾਣੀ ਵੀ ਖਾਣਾ ਛੱਡ ਦਿੱਤਾ। ਬਿਰਛਾਂ ਦੇ ਪੱਤਰੇ ਖਾਂਦੇ ਸਨ, ਉਹ ਵੀ ਛੱਡ ਦਿੱਤੇ। ਕਾਠ ਦੀ ਰੋਟੀ ਸੀ, ਉਹ ਵੀ ਖਾਣੀ ਛੱਡ ਦਿੱਤੀ। ਫਰੀਦਾ ਤਨ ਸੁੱਕਾ ਪਿੰਜਰ ਸੀ, ਫਿਰ ਸਰੀਰ ਸੁੱਕ ਕੇ ਪਿੰਜਰਾ ਬਣ ਗਿਆ। ਤੇ ਹੁਣ ਇਹ ਸਮਝ ਕੇ ਵੀ ਇਹ ਕੋਈ ਮੁਰਦਾ ਪਿਆ ਹੈ, ਤਲੀਆਂ ਖੁੰਡਾ ਕਾਗ ਤੇ ਜਿਹੜੇ ਕਾਂ ਆ ਕੇ ਪੈਰਾਂ ਤੇ ਹੱਥਾਂ ਦੀਆਂ ਤਲੀਆਂ ਨੂੰ ਠੁੰਗਾ ਮਾਰਨ ਲੱਗ ਪਏ ਨੇ ਵੀ ਇਹ ਹੁਣ ਕੋਈ ਮੁਰਦਾ ਪਿਆ ਹੈ, ਇਹਦੇ ਮਾਸ ਨੂੰ ਖਾ ਲਈਏ। ਅਜੈ ਸੋ ਰੱਬ ਨਾ ਬੋਹੜਿਓ, ਦੇਖ ਬੰਦੇ ਕੇ ਭਾਗ। ਬਾਬਾ ਫਰੀਦ ਜੀ ਕਹਿੰਦੇ ਨੇ, ਵੇਖ ਲੋ ਇਹੋ ਜੀ ਘੋਰ ਤਪੱਸਿਆ ਕਰਨ ਦੇ ਬਾਵਜੂਦ ਅਜੈ ਸੋ ਰੱਬ ਨਾ ਬੋਹੜਿਓ, ਹਾਲੇ ਵੀ ਰੱਬ ਨਹੀਂ ਬੋੜਿਆ, ਹਾਲੇ ਵੀ ਵਾਹਿਗੁਰੂ ਪਰਮੇਸ਼ਰ ਆ ਕੇ ਨਹੀਂ ਮਿਲਿਆ। ਦੇਖ ਬੰਦੇ ਕੇ ਭਾਗ, ਦੇਖ ਲੋ ਬੰਦੇ ਦੇ ਕਿਹੋ ਜਿਹੇ ਭਾਗ ਕਰਮ ਨੇ, ਕਿਹੋ ਜੀ ਕਿਸਮਤ ਹੈ। ਇਹਦਾ ਮਤਲਬ ਦੇਖ ਲੋ ਬੰਦੇ ਦੇ ਕਿੰਨੇ ਮਾੜੇ ਭਾਗ ਨੇ, ਇਸ ਬੰਦੇ ਦੇ ਕਿੰਨੇ ਖੋਟੇ ਕਰਮ ਨੇ, ਤੇ ਇਹਨੂੰ ਹਾਲੇ ਵੀ ਪਰਮੇਸ਼ਰ ਨਹੀਂ ਮਿਲਿਆ। ਇਹਦੇ ਪਿੱਛੇ ਵੀ ਕਾਰਨ ਸੀ। ਬਾਬਾ ਫਰੀਦ ਜੀ ਸਮੁੰਦਰ ਦੇ ਕੰਢੇ ਤੇ ਬੈਠ ਕੇ ਬੰਦਗੀ ਕਰ ਰਹੇ ਸਨ। ਕੋਈ ਸਮੁੰਦਰੀ ਜਹਾਜ਼ ਸਮੁੰਦਰ ਵਿੱਚ ਆ ਰਿਹਾ ਸੀ। ਉਸ ਉੱਤੇ ਬਹੁਤ ਸਾਰੇ ਜਿਹੜੇ ਵਪਾਰੀ ਲੋਕ ਬੈਠੇ ਸਨ। ਅਚਾਨਕ ਸਮੁੰਦਰ ਵਿੱਚ ਜੁਆਰ ਭਾਟਾ ਆਇਆ, ਸਮੁੰਦਰੀ ਤੂਫਾਨ ਆਇਆ। ਉਹ ਜਿਹੜਾ ਜਹਾਜ਼ ਸੀ ਉਹ ਤੂਫਾਨ ਦੇ ਵਿੱਚ ਘਿਰ ਗਿਆ, ਤੇ ਜਿੰਨੇ ਲੋਕ ਵਿੱਚ ਅਸਵਾਰ ਸਨ ਤੇ ਉਹਨਾਂ ਨੇ ਉੱਚੀ ਉੱਚੀ ਧਾਹਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਰੋਣ ਕੁਰਲਾਉਣ ਲੱਗ ਪਏ। ਤੇ ਬਾਬਾ ਫਰੀਦ ਜੀ ਹੁਣ ਭਗਤੀ ਕਰ ਰਹੇ ਸਨ। ਇਹਨਾਂ ਦੇ ਮਨ ਦੇ ਵਿੱਚ ਤਰਸ ਆਇਆ ਵੀ ਹੁਣ ਕਈਆਂ ਦੇ ਭਰਾ, ਕਈਆਂ ਦੇ ਪਤੀ, ਕਈਆਂ ਦੇ ਪੁੱਤਰ, ਇਹ ਵਿਚਾਰੇ ਲੋਕ ਬੇਬਸ ਨੇ, ਬੇੜਾ ਤੂਫਾਨ ਦੇ ਵਿੱਚ ਘਿਰਿਆ ਹੋਇਆ ਹੈ, ਤੇ ਇਹ ਸਾਰੇ ਮਰ ਜਾਣਗੇ। ਹੁਣ ਇਹਨਾਂ ਲਈ ਉਹਨਾਂ ਨੇ ਦੁਆ ਕੀਤੀ, ਕਹਿਣ ਲੱਗੇ, ਹੈ ਖੁਦਾ ਅੱਲਾਹ ਤਾਲਾ, ਇਹ ਵਿਚਾਰੇ ਮੁਸਾਫਰ ਨੇ, ਇਹਨਾਂ ਤੇ ਤਰਸ ਕਰ। ਆਕਾਸ਼ਬਾਣੀ ਹੋਈ, ਬਾਬਾ ਫਰੀਦ, ਇਹ ਲੋਕ ਮਾਇਆ ਦੇ ਲੋਭੀ ਨੇ, ਵਪਾਰੀ ਬੰਦੇ ਨੇ, ਇਹਨਾਂ ਦਾ ਧਰਮ ਦੇ ਨਾਲ ਤੇ ਖੁਦਾ ਦੇ ਨਾਲ ਕੋਈ ਵਾਸਤਾ ਨਹੀਂ ਹੈ। ਮੈਂ ਇਹਨਾਂ ਨੂੰ ਕੀਤੇ ਕਰਮਾਂ ਦੀ ਸਜ਼ਾ ਦੇਣੀ ਚਾਹੁੰਦਾ ਸੀ। ਹੁਣ ਇਹਨਾਂ ਦਾ ਬੇੜਾ ਡੁੱਬਣਾ ਸੀ, ਪਰ ਤੂੰ ਵਿੱਚ ਸਿਫਾਰਿਸ਼ ਕੀਤੀ ਹੈ। ਹੁਣ ਯਾਦ ਰੱਖ, ਨਹੀਂ ਤੇ ਤੈਨੂੰ ਬਹੁਤ ਛੇਤੀ ਪ੍ਰਾਪਤੀ ਹੋਣੀ ਸੀ, ਮੈਂ ਛੇਤੀ ਬੋੜਨਾ ਸੀ, ਪਰ ਤੂੰ ਹੁਣ ਇਹਨਾਂ ਦੇ ਲਈ ਅਰਦਾਸ ਕੀਤੀ। ਹੁਣ ਤੈਨੂੰ ਆਪਣੀ ਬੰਦਗੀ ਦਾ ਫਲ ਇਹਨਾਂ ਨੂੰ ਦੇਣਾ ਪਵੇਗਾ। ਤੈਨੂੰ ਹੋਰ ਘਾਲਣਾ ਘਾਲਣੀ ਪਵੇਗੀ, ਹੋਰ ਬੰਦਗੀ ਕਰਨੀ ਪਵੇਗੀ, ਘੋਰ ਤਪੱਸਿਆ ਕਰਨੀ ਪਵੇਗੀ। ਬਾਬਾ ਫਰੀਦ ਜੀ ਕਹਿਣ ਲੱਗੇ, ਖੁਦਾ, ਇਹਨਾਂ ਦਾ ਦੁੱਖ ਨਹੀਂ ਮੇਥੋਂ ਝੱਲਿਆ ਜਾਂਦਾ, ਇਹਨਾਂ ਦੀ ਜਾਨ ਬਚ ਜਾਵੇ, ਚੱਲ ਮੈਂ ਆਪੇ ਲੰਬਾ ਸਮਾਂ ਹੋਰ ਤਪੱਸਿਆ ਕਰ ਲਵਾਂਗਾ। ਤੇ ਫਿਰ 48 ਉਹ ਬੰਦੇ ਸਨ ਜਿਹੜੇ ਸਮੁੰਦਰ ਵਿੱਚ ਡੁੱਬੇ, ਤੇ 48 ਸਾਲ ਇਹਨਾਂ ਨੂੰ ਫਿਰ ਤਪੱਸਿਆ ਕਰਨੀ ਪਈ। ਤੇ ਉਸ ਵੇਲੇ ਫਿਰ ਮਨ ਨੂੰ ਕਈ ਵਾਰੀ ਇਸ ਤਰ੍ਹਾਂ ਵੀ ਕਹਿੰਦੇ ਵੀ ਦੇਖ ਲਓ ਵੀ ਇੰਨੀ ਘੋਰ ਤਪੱਸਿਆ ਕਰਨ ਦੇ ਬਾਵਜੂਦ ਅਜਾ ਸੋ ਰੱਬ ਨਾ ਬੋੜਿਓ, ਹਾਲੇ ਵੀ ਰੱਬ ਨਹੀਂ ਬੋੜਿਆ, ਹਾਲੇ ਵੀ ਵਾਹਿਗੁਰੂ ਮੇਰੀ ਮਦਦ ਲਈ ਹਾਜ਼ਰ ਨਹੀਂ ਹੋਇਆ। ਦੇਖ ਬੰਦੇ ਦੇ ਕਿਹੋ ਜਿਹੇ ਮਾੜੇ ਭਾਗ ਹਨ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਲੋ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਇਹਨਾਂ ਕਾਵਾਂ ਨੇ ਮੇਰਾ ਜਿਹੜਾ ਕਰੰਗ ਸਰੀਰ ਦਾ ਪਿੰਜਰ ਸੀ, ਮਾਸ ਤੇ ਸੁੱਕ ਹੀ ਚੁੱਕਿਆ ਸੀ, ਢੰਡੋਲਿਆ, ਸਾਰਾ ਫੋਲ ਮਾਰਿਆ, ਤੇ ਸਗਲਾ ਖਾਇਆ ਮਾਸ, ਤੇ ਮੇਰੇ ਸਰੀਰ ਦਾ ਸਾਰਾ ਮਾਸ ਵੀ ਖਾ ਗਏ ਹਨ। ਇਹ ਦੋਏ ਨੈਣਾ ਮਤ ਛੂਹੋ, ਫਿਰ ਦੇਖਣ ਕੀ ਆਸ। ਤੇ ਉਹਨਾਂ ਕਾਵਾਂ ਨੂੰ ਕਹਿੰਦੇ ਨੇ, ਐ ਕਾਵੋਂ, ਠੀਕ ਹੈ ਤੁਸੀਂ ਮੇਰੇ ਪਿੰਜਰ ਨੂੰ ਫੋਲ ਮਾਰਿਆ, ਮੇਰੇ ਸਰੀਰ ਦਾ ਮਾਸ ਵੀ ਸਾਰਾ ਖਾ ਲਿਆ ਹੈ, ਪਰ ਆਹ ਜਿਹੜੇ ਮੇਰੇ ਦੋ ਨੇਤਰ ਨੇ, ਦੋ ਅੱਖਾਂ ਨੇ, ਇਹਨਾਂ ਨੂੰ ਮਤ ਛੋਇਓ, ਕਿਤੇ ਇਹਦੇ ਵਿੱਚ ਨਾ ਠੁੰਗਾ ਮਾਰਨ ਲੱਗ ਜਿਓ, ਕਿਧਰੇ ਮੇਰੇ ਨੇਤਰਾਂ ਦੇ ਆਨੇ ਨਾ ਕੱਢ ਦਿਓ। ਕਿਉਂ? ਫਿਰ ਦੇਖਣ ਕੀ ਆਸ,
ਹਾਲੇ ਫਿਰ ਪਤੀ ਪਰਮੇਸ਼ਰ ਦੇ ਦੇਖਣ ਦੀ ਆਸ ਮੇਰੇ ਮਨ ਵਿੱਚ ਹੈ। ਦੇਖਿਆ ਤੇ ਅੱਖਾਂ ਨਾਲ ਹੀ ਜਾਣਾ ਨਾ, ਇਸ ਲਈ ਤੁਸੀਂ ਮੇਰੀਆਂ ਅੱਖਾਂ ਦਾ ਨੁਕਸਾਨ ਨਾ ਕਰ ਦਿਓ, ਕਿਉਂਕਿ ਮੈਂ ਇਹਨਾਂ ਅੱਖਾਂ ਦੇ ਨਾਲ ਉਸ ਵਾਹਿਗੁਰੂ ਦੇ ਦੀਦਾਰ ਕਰਨੇ ਹਨ। ਕਾਗਾ ਚੂੰਡ ਨਾ ਪਿੰਜਰਾ, ਬਸੈ ਤਾਂ ਉੱਡਰ ਜਾਹੇ। ਲੋ ਫੇਰ ਕਾਂ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਕਾਗਾ ਚੂੰਡ ਨਾ ਪਿੰਜਰਾ, ਹੇ ਕਾਂ ਤੂੰ ਮੇਰੇ ਇਸ ਸਰੀਰ ਦੇ ਪਿੰਜਰੇ ਨੂੰ ਚੂੰਡ ਕੇ ਨਾ ਖਾ, ਕਿਉਂਕਿ ਹੁਣ ਉਹ ਤੇ ਮੁਰਦਾ ਹੀ ਸਮਝਦੇ ਸੀ ਜਾਨਵਰ ਤਾਂ, ਪੰਛੀ ਤਾਂ, ਤੇ ਉਹ ਮਾਸ ਨੂੰ ਚੂੰਡ ਕੇ ਖਾਂਦੇ ਸਨ। ਕਾਗਾ ਚੂੰਡਣਾ ਪਿੰਜਰਾ, ਹੈ ਕਾਵਾਂ ਤੂੰ ਮੇਰੇ ਸਰੀਰ ਰੂਪੀ ਪਿੰਜਰ ਨੂੰ ਚੂੰਡ ਕੇ ਨਾ ਖਾ, ਬਸਾ ਤਾਂ ਉੱਡਰ ਜਾਏ। ਬਸਾ ਦਾ ਅਰਥ ਹੈ ਜੇ ਤੂੰ ਇੱਥੇ ਬੈਠਾ ਹੈ ਤੇ ਤੂੰ ਇੱਥੋਂ ਉੱਡ ਕੇ ਚਲਿਆ ਜਾ। ਜੇ ਇੱਥੇ ਮੇਰੇ ਸਰੀਰ ਦੇ ਨੇੜੇ ਪਿੰਜਰੇ ਤੇ ਬੈਠਾ ਨਾ, ਉੱਡ ਕੇ ਚਲਿਆ ਜਾ, ਮੇਰੇ ਸਰੀਰ ਦਾ ਮਾਸ ਨਾ ਖਾ। ਅਥਵਾ ਬਸਾ ਤਾਂ ਉੱਡਰ ਜਾਏ, ਦੂਜਾ ਇਹਦਾ ਅਰਥ ਇਹ ਵੀ ਕੀਤਾ ਹੈ, ਜੇ ਤੇਰੀ ਵਾਹ ਚੱਲਦੀ ਹੈ, ਬਸ ਵਾਹ ਚੱਲਦੀ ਹੈ, ਫਿਰ ਤੂੰ ਉੱਥੋਂ ਉੱਡ ਕੇ ਚਲਿਆ ਜਾ। ਜਿਤ ਪਿੰਜਰੈ ਮੇਰਾ ਸਹੁ ਵਸੈ, ਮਾਸ ਨਾ ਤੇਦੂ ਖਾਹੇ। ਜਿਸ ਮੇਰੇ ਸਰੀਰ ਰੂਪੀ ਪਿੰਜਰੇ ਦੇ ਵਿੱਚ ਮੇਰਾ ਸਹੁ ਪਤੀ ਵਾਹਿਗੁਰੂ ਵਸ ਰਿਹਾ ਹੈ, ਮਾਸ ਨਾ ਤਿੱਦੂ ਖਾਏ, ਭਾਈ ਉਹਦਾ ਮਾਸ ਨਾ ਖਾਓ। ਇਹ ਸਰੀਰ ਰੱਬ ਦਾ ਘਰ ਹੈ, ਇਹਨੂੰ ਢਾਓ ਨਾ, ਇਹਦਾ ਨੁਕਸਾਨ ਨਾ ਕਰੋ। ਤੁਸੀਂ ਮੇਰੇ ਸਰੀਰ ਦਾ ਮਾਸ ਨਾ ਖਾਓ, ਕਿਉਂਕਿ ਇਹਦੇ ਵਿੱਚ ਮੇਰਾ ਖੁਦਾ, ਮੇਰਾ ਪਿਆਰਾ ਪਰਮੇਸ਼ਰ ਵਸ ਰਿਹਾ ਹੈ। ਅਥਵਾ ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਆ ਜਿਹੜੇ ਵਿਕਾਰਾਂ ਰੂਪੀ ਕਾਂ ਨੇ, ਇਹਨਾਂ ਨੇ ਸਾਡੇ ਕਰੰਗ ਤੋਂ ਭਾਵ ਸਾਡੇ ਸਰੀਰ ਨੂੰ, ਪਿੰਜਰ ਨੂੰ ਫੋਲ ਮਾਰਿਆ ਹੈ। ਸਗਲਾ ਖਾਇਆ ਮਾਸ, ਤੇ ਸਾਡਾ ਸਾਰੇ ਸਰੀਰ ਦਾ ਵਿਕਾਰਾਂ ਨੇ ਮਾਸ ਵੀ ਖਾ ਲਿਆ। ਭਾਵ ਬਹੁਤੇ ਵਿਕਾਰ ਭੋਗਣ ਦੇ ਨਾਲ ਸਾਡਾ ਸਰੀਰ ਕਮਜ਼ੋਰ ਹੋ ਗਿਆ ਹੈ। ਇਹ ਦੋਏ ਨੈਣਾ ਮਤ ਛੋ, ਪਰ ਇਹਨਾਂ ਵਿਕਾਰਾਂ ਨੂੰ ਕਹਿੰਦੇ ਨੇ, ਆ ਜਿਹੜੇ ਮਨ ਬੁੱਧੀ ਸਾਡੇ ਨੇਤਰ ਨੇ, ਇਹਨਾਂ ਨੂੰ ਮਤ ਛੋਹੀ। ਐ ਵਿਕਾਰੋ, ਐ ਕਾਵੋ, ਤੁਸੀਂ ਮੇਰੀਆਂ ਅੱਖਾਂ ਦਾ ਨੁਕਸਾਨ ਨਾ ਕਰਿਓ। ਫਿਰ ਦੇਖਣ ਕੀ ਆਸ, ਕਿਉਂਕਿ ਮੈਨੂੰ ਫਿਰ ਪਤੀ ਪਰਮੇਸ਼ਰ ਦੇ ਦੇਖਣ ਦੀ ਆਸ ਹੈ। ਕਾਗਾ ਚੂੰਡਣਾ ਪਿੰਜਰਾ, ਐ ਵਿਕਾਰੋ, ਪਾਪਾਂ ਰੂਪੀ ਕਾਵੋ, ਤੁਸੀਂ ਮੇਰੇ ਸਰੀਰ ਰੂਪੀ ਪਿੰਜਰੇ ਨੂੰ ਚੂੰਡ ਕੇ ਨਾ ਖਾਓ। ਜੇ ਤੁਸੀਂ ਵਸਾ ਇੱਥੇ ਰਹਿਣਾ ਹੀ ਹੈ ਤੇ ਤੁਸੀਂ ਮੇਰਾ ਨੁਕਸਾਨ ਨਾ ਕਰੋ, ਤੇ ਜੇ ਨੁਕਸਾਨ ਕਰਨਾ ਹੈ ਤਾਂ ਉੱਡਰ ਜਾਹੇ, ਤੇ ਫਿਰ ਉੱਡ ਕੇ ਚਲੇ ਜਾਓ। ਜਿਸ ਪਿੰਜਰੇ ਸਰੀਰ ਦੇ ਵਿੱਚ ਮੇਰਾ ਸਹੁ ਪਤੀ ਵਾਹਿਗੁਰੂ ਵਸ ਰਿਹਾ ਹੈ, ਭਾਈ ਉਹਦੇ ਮਾਸ ਨੂੰ ਨਾ ਖਾਵੋ। ਇਹ ਵਿਕਾਰਾਂ ਦੇ ਨਾਲ ਵੀ ਸੰਬੰਧਿਤ ਅੰਤਰੀਵ ਅਰਥ ਮਹਾਂਪੁਰਖ ਕਰਦੇ ਸਨ। ਫਰੀਦਾ ਗੋਰ ਨਿਮਾਣੀ ਛੱਡ ਕਰੇ, ਨਿਘਰਿਆਂ ਕਰ ਆਓ। ਉਹ ਬਾਬਾ ਫਰੀਦ ਜੀ ਕਹਿੰਦੇ ਨੇ, ਗੌਰ ਨਿਮਾਣੀ, ਆ ਜਿਹੜੀ ਨਿਮਾਣੀ, ਨੀਵੀਂ, ਕਮੀਨੀ ਗੌਰ ਕਬਰ ਹੈ, ਛੱਡ ਕਰੇ, ਇਹ ਸੱਦਣਾ ਕਰਦੀ ਹੈ। ਆ ਜਿਹੜੀ ਕਬਰ ਹੈ ਨਾ, ਨਿਮਾਣੀ ਕਬਰ, ਨਿਮਾਣੀ ਇਸ ਲਈ ਕਿਹਾ ਹੈ ਵੀ ਇਹ ਨੀਵੇਂ ਥਾਂ ਤੇ ਹੁੰਦੀ ਹੈ। ਦੂਸਰਾ, ਨਿਮਾਣੀ ਦਾ ਅਰਥ ਹੈ ਵੀ ਇਹਨੂੰ ਕੋਈ ਮਾਣ ਆਦਰ ਨਹੀਂ ਦਿੰਦਾ। ਹੁਣ ਜੇ ਕੋਈ ਕਿਸੇ ਨੂੰ ਕਹਿ ਦੇਵੇ ਤੂੰ ਕਬਰਾਂ ਵਿੱਚ ਜਾ ਕੇ ਰਾਤ ਨੂੰ ਸੌਂ ਜਾ, ਕੋਈ ਨਹੀਂ ਉੱਥੇ ਜਾ ਕੇ ਸੌਣ ਨੂੰ ਤਿਆਰ ਹੁੰਦਾ। ਕਿਉਂ? ਉਹਨੂੰ ਮਾੜਾ ਸਮਝਦੇ ਨੇ, ਇਸ ਲਈ ਇਹਨੂੰ ਨਿਮਾਣੀ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਫਰੀਦਾ ਗੌਰ ਨਿਮਾਣੀ ਛੱਡ ਕਰੇ, ਇਹ ਜਿਹੜੀ ਨੀਵੀਂ ਗੌਰ ਹੈ ਵੀ ਇਹ ਸਾਨੂੰ ਆਵਾਜ਼ਾਂ ਮਾਰਦੀ ਹੈ, ਨਿਘਰਿਆਂ ਘਰ ਆਓ। ਇਹ ਦੁਨੀਆ ਦੇ ਲੋਕੋ, ਤੁਸੀਂ ਬੇਘਰੇ ਹੋ, ਤੁਸੀਂ ਆਪਣੇ ਘਰ ਵਿੱਚ ਆਓ। ਠੀਕ ਹੈ, ਭਾਵੇਂ ਦੁਨੀਆ ਵਿੱਚ ਵੀ ਕਈ ਲੋਕ ਬੇਘਰੇ ਹੁੰਦੇ ਨੇ, ਜਿਨ੍ਹਾਂ ਨੂੰ ਹੋਮਲੈਸ ਵੀ ਕਹਿ ਦਿੰਦੇ ਨੇ, ਉਹਨਾਂ ਕੋਲੇ ਰਹਿਣ ਲਈ ਘਰ ਨਹੀਂ ਹੁੰਦਾ। ਪਰ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਉਹ ਜਿਹੜੀ ਕਬਰ ਹੈ ਸਾਰਿਆਂ ਨੂੰ ਕਹਿੰਦੀ, ਜਿਹੜੇ ਘਰਾਂ ਵਿੱਚ ਰਹਿੰਦੇ ਵੀ ਨੇ, ਵੀ ਜਿਨ੍ਹਾਂ ਘਰਾਂ ਵਿੱਚ ਤੁਸੀਂ ਰਹਿੰਦੇ ਹੋ ਉਹ ਤੁਹਾਡੇ ਅਸਲੀ ਘਰ ਨਹੀਂ, ਤੁਸੀਂ ਬੇਘਰੇ ਹੀ ਹੋ। ਤੇ ਇਹ ਬੇਘਰਿਓ, ਤੁਸੀਂ ਆਪਣੇ ਘਰ ਵਿੱਚ ਆ ਜਾਓ। ਜਦੋਂ ਕਬਰ ਵਿੱਚੋਂ ਆਵਾਜ਼ ਆਈ ਵੀ ਬੇਘਰੋ, ਤੁਸੀਂ ਆਪਣੇ ਘਰ ਆਓ, ਤੇ ਅੱਗੋਂ ਸੁਣਨ ਵਾਲੇ ਨੇ ਸਵਾਲ ਕੀਤਾ ਵੀ ਇਹ ਆਵਾਜ਼ ਕਿੱਥੋਂ ਆਈ ਹੈ, ਤੇ ਉਹ ਆਵਾਜ਼ ਕਬਰ ਵਿੱਚੋਂ ਆ ਰਹੀ ਸੀ।
ਤੇ ਫਿਰ ਅਗਲੀ ਪੰਕਤੀ ਉਚਾਰਨ ਕੀਤੀ। ਸਰ ਪਰ ਮੈਥ ਹੈ ਆਵਣਾ, ਮਰਨ ਹੋ ਨਾ ਡਰਿਆਹੋ। ਫਿਰ ਕਬਰ ਬੋਲੀ, ਸਰ ਪਰ ਮੈਥੈ ਆਵਣਾ। ਸਰ ਪਰ ਦਾ ਅਰਥ ਹੈ ਜ਼ਰੂਰ ਬਾਰ ਜ਼ਰੂਰ। ਅਵਸ਼ ਮੈਥੈ ਦਾ ਅਰਥ ਹੈ ਮੇਰੇ ਪਾਸ ਤੁਹਾਨੂੰ ਆਉਣਾ ਪੈਣਾ। ਅਸਲੀ ਕਰ ਇਹ ਨਹੀਂ ਆ ਮਹਿਲ ਮਾੜੀਆਂ ਜੋ ਸਾਰੇ ਹੋਏ ਨੇ। ਅਸਲੀ ਕਰ ਮੈਂ ਹਾਂ, ਤੁਸੀਂ ਮੇਰੇ ਪਾਸ ਆਉਣਾ ਹੈ। ਮਰਨੋਂ ਨਾ ਡਰਿਆਓ, ਤੇ ਮਰਨ ਤੋਂ ਨਾ ਡਰੋ। ਮਰ ਕੇ ਮੇਰੇ ਕੋਲ ਹੀ ਸਾਰਿਆਂ ਨੇ ਆਉਣਾ। ਅਸਲੀ ਘਰ ਕਬਰ ਹੀ ਹੈ, ਇਸ ਲਈ ਤੁਸੀਂ ਇਸ ਤੋਂ ਨਾ ਡਰੋ। ਇੱਥੇ ਹਰ ਇੱਕ ਨੂੰ ਆਉਣਾ ਹੀ ਪੈਣਾ ਹੈ। ਸਮਝਣ ਦੇ ਵਾਸਤੇ ਇੱਕ ਦ੍ਰਿਸ਼ਟਾਂਤ ਹੈ। ਕੋਈ ਮੌਲਵੀ ਸੀ, ਇੱਕ ਕੋਈ ਨੌਜਵਾਨ ਮੁੰਡਾ ਉਹਦੀ ਪੱਗ ਲਾਹ ਕੇ ਲੈ ਗਿਆ। ਜਦੋਂ ਪੱਗ ਲਾਹ ਕੇ ਲੈ ਗਿਆ, ਉਹ ਮੌਲਵੀ ਬਜ਼ੁਰਗ ਸੀ, ਉਹਦੀ ਸੋਚ ਆਪਣੀ ਸੀ, ਤੇ ਜਿਹੜੇ ਲੋਕ ਸੀ ਉਹ ਵੀ ਵੇਖ ਕੇ ਹੈਰਾਨ ਹੋਏ। ਉਹ ਕਬਰਸਤਾਨ ਵੱਲ ਨੂੰ ਤੁਰਿਆ ਜਾਵੇ। ਦੇਖਣ ਵਾਲੇ ਲੋਕ ਕਹਿਣ ਲੱਗੇ, ਭਲਿਆ ਲੋਕਾ, ਜਿਹੜਾ ਮੁੰਡਾ ਤੇਰੀ ਪੱਗ ਲਾਹ ਕੇ ਲੱਗਿਆ ਹੈ, ਤੂੰ ਉਹਦੇ ਘਰ ਜਾ, ਉੱਥੋਂ ਜਾ ਕੇ ਆਪਣੀ ਪੱਗ ਲੈ। ਤੂੰ ਕਬਰਸਤਾਨ ਨੂੰ ਤੁਰਿਆ ਜਾਣਾ ਹੈ, ਉੱਥੇ ਤੈਨੂੰ ਪੱਗ ਕਿੱਥੋਂ ਮਿਲੇਗੀ? ਉਹਦੀ ਸੋਚ ਬੜੀ ਅਵੱਲੀ ਸੀ। ਉਹ ਕਹਿਣ ਲੱਗਾ, ਮੈਂ ਕਬਰਾਂ ਵੱਲ ਇਸ ਲਈ ਜਾ ਰਿਹਾ ਹਾਂ, ਜਿਸ ਮੁੰਡੇ ਨੇ ਮੇਰੀ ਪੱਗ ਲਾਈ ਹੈ, ਆਖਰ ਉਹਨੇ ਕਬਰਾਂ ਵਿੱਚ ਹੀ ਆਉਣਾ ਨਾ। ਸਰ ਪਰ ਮੈਥੈ ਆਵਣਾ। ਕੋਈ ਗੱਲ ਨਹੀਂ, ਮੈਂ ਕਬਰਾਂ ਵਿੱਚ ਹੀ ਉਹਦੀ ਉਡੀਕ ਕਰਾਂਗਾ। ਇਹ ਇੱਕ ਅੰਗੀ ਦ੍ਰਿਸ਼ਟਾਂਤ ਹੈ। ਭਾਵ ਕਬਰ ਇਹ ਕਹਿੰਦੀ ਹੈ ਵੀ ਅਸਲੀ ਘਰ ਲੋਕੋ ਤੁਹਾਡਾ ਮੈਂ ਹਾਂ, ਤੇ ਮੇਰੇ ਪਾਸ ਹੀ ਤੁਹਾਨੂੰ ਆਉਣਾ ਪਵੇਗਾ। ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਇਹਨਾਂ ਲੋਇਣੀ ਨੇਤਰਾਂ ਦੇ ਨਾਲ ਦੇਖਦਿਆਂ ਦੇਖਦਿਆਂ ਕੀਤੀ ਚੱਲ ਗਈ। ਕਿੰਨੀ ਦੁਨੀਆ, ਕਿੰਨੀ ਜਨਤਾ ਇੱਥੋਂ ਕੂਚ ਕਰ ਗਈ ਹੈ। ਹੁਣ ਆ ਕਰੋਨਾ ਦੀ ਮਹਾਮਾਰੀ ਦੇ ਵਿੱਚ ਵੀ ਲੱਖਾਂ ਜਾਨਾਂ ਚਲੀਆਂ ਗਈਆਂ ਨੇ। ਇਸ ਲਈ ਬਾਬਾ ਫਰੀਦ ਜੀ ਕਹਿੰਦੇ, ਇਹਨਾਂ ਨੇਤਰਾਂ ਨਾਲ ਦੇਖਦਿਆਂ ਦੇਖਦਿਆਂ ਕਿੰਨੀ ਜਨਤਾ, ਕਿੰਨੀ ਦੁਨੀਆ, ਕਿੰਨੀ ਸ੍ਰਿਸ਼ਟੀ ਇੱਥੋਂ ਕੂਚ ਕਰ ਗਈ ਹੈ। ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ ਪਈ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਮੌਤ ਤੋਂ ਡਰਨ ਵਾਲੇ ਲੋਕਾਂ ਦੀ ਦੌੜ ਲੱਗੀ ਹੋਈ ਹੈ, ਆਪਣੇ ਬਚਾਅ ਦੇ ਲਈ ਭੱਜੇ ਫਿਰਦੇ ਨੇ। ਹੁਣ ਕਈ ਲੋਕ ਵੀ ਜਦੋਂ ਹੌਸਪੀਟਲਾਂ ਵਿੱਚ ਕਰੋਨਾ ਦੇ ਮਰੀਜ਼ਾਂ ਨੂੰ ਰਹਿਣ ਲਈ ਬੈੱਡ ਨਹੀਂ ਸੀ ਮਿਲਦਾ, ਆਕਸੀਜਨ ਨਹੀਂ ਸੀ ਮਿਲਦੀ, ਤੇ ਉਹ ਲੱਖਾਂ ਕਰੋੜਾਂ ਰੁਪਏ ਚੁੱਕੀ ਫਿਰਦੇ ਸਨ ਵੀ ਆਹ ਲਓ ਤੇ ਸਾਡੇ ਮਰੀਜ਼ ਨੂੰ ਬਚਾ ਲਵੋ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾਂ ਲੋਕਾਂ ਆਪੋ ਆਪਣੀ। ਜਦੋਂ ਮੌਤ ਦਾ ਡਰ ਪੈਂਦਾ ਨਾ ਸਿਰ ਉੱਤੇ, ਸਾਰੇ ਲੋਕਾਂ ਨੂੰ ਆਪੋ ਆਪਣੀ ਫਿਕਰ ਪੈ ਜਾਂਦੀ ਹੈ। ਤੇ ਮੈਂ ਆਪਣੀ ਪਈ। ਬਾਬਾ ਫਰੀਦ ਜੀ ਕਹਿੰਦੇ, ਮੈਨੂੰ ਆਪਣਾ ਫਿਕਰ ਪਿਆ ਹੋਇਆ। ਲੋਕਾਂ ਨੂੰ ਆਪੋ ਆਪਣੀ ਭੱਜ ਦੌੜ ਮੱਚੀ ਹੋਈ ਹੈ, ਤੇ ਮੈਨੂੰ ਆਪਣਾ ਫਿਕਰ ਪਿਆ ਰਹਿੰਦਾ ਹੈ। ਆਪ ਸਵਾਰ ਹੈ ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ। ਲੋ ਬਾਬਾ ਫਰੀਦ ਜੀ ਬੰਦਗੀ ਕਰਨ ਵਾਲੇ ਮਹਾਂਪੁਰਖ ਸਨ। ਉਹਨਾਂ ਨੂੰ ਆਕਾਸ਼ ਬਾਣੀ ਹੋਈ, ਬਾਬਾ ਫਰੀਦ ਤੂੰ ਮੈਨੂੰ ਮਿਲਣਾ ਚਾਹੁੰਦਾ? ਹਾਂ, ਮੈਂ ਤੈਨੂੰ ਮਿਲਣਾ ਚਾਹੁੰਦਾ। ਫਿਰ ਵਾਹਿਗੁਰੂ ਨੇ ਆਕਾਸ਼ ਬਾਣੀ ਰਾਹੀਂ ਆਖਿਆ, ਆਪ ਸਵਾਰਾ ਮੈਂ ਮਿਲੇ। ਤੂੰ ਆਪਣੇ ਆਪ ਨੂੰ ਸਵਾਰ, ਆਪਣੇ ਜੀਵਨ ਨੂੰ ਸਵਾਰ, ਟੋਏ ਟਿੱਬੇ ਲਾ, ਮੈਂ ਮਿਲਿਆ, ਫਿਰ ਤੂੰ ਮੈਨੂੰ ਮਿਲ ਸਕਦਾ ਹੈ। ਮੈਂ ਮਿਲਿਆ ਸੁਖ ਹੋਏ। ਜਦੋਂ ਮੈਂ ਤੈਨੂੰ ਮਿਲ ਗਿਆ, ਫਿਰ ਤੈਨੂੰ ਜੀਵਨ ਦਾ ਅਸਲੀ ਸੁਖ, ਅਸਲੀ ਆਨੰਦ ਪ੍ਰਾਪਤ ਹੋਵੇਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਤੇ ਗੁਰੂ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਵਾਹਿਗੁਰੂ ਦੀ ਪ੍ਰਾਪਤੀ ਹੀ ਅਸਲੀ ਆਨੰਦ ਹੈ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਲੋ ਆਕਾਸ਼ ਬਾਣੀ ਨੇ ਆਖਿਆ, ਐ ਫਰੀਦ ਜੇ ਤੂੰ ਮੇਰਾ ਹੋ ਜਾਵੇਂ। ਇਹ ਰੱਬ ਦੀ ਆਵਾਜ਼ ਸੀ। ਜੇ ਤੂੰ ਮੇਰਾ ਹੋ ਜਾਵੇਂ, ਮੇਰਾ ਹੋ ਕੇ ਰਵੇਂ, ਸਭ ਜਗ ਤੇਰਾ ਹੋਏ, ਸਾਰਾ ਸੰਸਾਰ ਹੀ ਤੇਰਾ।
ਸੇਵਕ ਬਣ ਸਕਦਾ ਹੈ। ਭਾਵ ਵਾਹਿਗੁਰੂ ਆਨੰਦ ਦਾ ਸਰੋਤ ਹੈ। ਜਿਹੜਾ ਵਾਹਿਗੁਰੂ ਨਾਲ ਜੁੜਦਾ ਨਾ, ਫਿਰ ਦੁਨੀਆ ਉਹਦੇ ਨਾਲ ਜੁੜਦੀ ਹੈ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜੇ ਰੱਬ ਦੀ ਪੂਜਾ ਭਗਤੀ ਕਰਦੇ ਨੇ ਲੋਕ, ਉਹਨਾਂ ਦੀ ਸੇਵਾ ਟਹਿਲ ਕਰਦੇ ਨੇ। ਇਸ ਵਾਸਤੇ ਬਾਬਾ ਫਰੀਦ ਜੀ ਨੂੰ ਵਾਹਿਗੁਰੂ ਨੇ ਆਖਿਆ, ਜੇ ਤੂੰ ਮੇਰਾ ਹੋ ਰਵੇਂ, ਸਾਰਾ ਸੰਸਾਰ ਤੇਰਾ ਖਾਦਮ ਬਣ ਸਕਦਾ ਹੈ, ਤੇਰਾ ਸੇਵਕ ਬਣ ਸਕਦਾ ਹੈ। ਕੰਦੀ ਉੱਤੈ ਰੁਖੜਾ ਕਿਚਰਕ ਬੰਨੈ ਧੀਰ। ਲੋ ਹੁਣ ਬਾਬਾ ਫਰੀਦ ਜੀ ਅੱਗੇ ਵੈਰਾਗਮਈ ਉਪਦੇਸ਼ ਦਿੰਦੇ ਨੇ ਵੀ ਆਹ ਜਿਹੜਾ ਸਾਡਾ ਸਰੀਰ ਹੈ, ਇਹ ਤੇ ਕਿਸੇ ਨਦੀ ਦੇ, ਕਿਸੇ ਦਰਿਆ ਤੇ ਖੜੇ ਰੁੱਖ ਵਰਗਾ ਹੈ, ਬਿਰਸ਼ ਵਰਗਾ ਹੈ। ਕਿਚਰਕ ਬੰਨੈ ਧੀਰ, ਉਹ ਕਿੰਨਾ ਕੁ ਚਿਰ ਧੀਰਜ ਬੰਨ੍ਹ ਕੇ ਖਲੋ ਸਕਦਾ ਹੈ। ਜਦੋਂ ਕਿਸੇ ਨਦੀ ਵਿੱਚ, ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ, ਪਿੱਛੇ ਮੀਂਹ ਦੇ ਕਾਰਨ ਫਲੱਡ ਆ ਜਾਂਦਾ ਹੈ, ਤੇ ਫਿਰ ਉਹ ਕਿਨਾਰਿਆਂ ਨੂੰ ਢਾਹ ਕੇ ਬਿਰਸ਼ਾਂ ਨੂੰ ਰੋੜ ਕੇ ਲੈ ਜਾਂਦਾ ਹੈ। ਫਰੀਦਾ ਕੱਚੇ ਭਾਂਡੇ ਰੱਖੀਐ ਕਿਚਰ ਤਾਈ ਨੀਰ। ਉਹ ਬਾਬਾ ਫਰੀਦ ਜੀ ਕਹਿੰਦੇ ਨੇ, ਸਰੀਰ ਕੱਚਾ ਭਾਂਡਾ ਹੈ, ਕਹਾਂ ਬਿਸਾਸਾ ਇਸ ਭਾਂਡੇ ਕਾ, ਇਤਨਾ ਕੁ ਲੱਗਾ ਠਣਕਾ। ਹੁਣ ਕੱਚੇ ਭਾਂਡੇ ਵਿੱਚ ਪਾਣੀ ਕਿੰਨਾ ਕੁ ਚਿਰ ਰੱਖ ਸਕਦੇ ਹੋ? ਜੇ ਆਪਾਂ ਕੱਚੇ ਭਾਂਡੇ ਵਿੱਚ ਪਾਣੀ ਪਾ ਕੇ ਰੱਖਾਂਗੇ, ਉਹ ਪਾਣੀ ਸਿਮਣ ਲੱਗ ਜਾਂਦਾ, ਅਤੇ ਹੌਲੀ ਹੌਲੀ ਸਿਮ ਕੇ ਸਾਰਾ ਪਾਣੀ ਹੇਠਾਂ ਡੁੱਲ ਜਾਂਦਾ ਹੈ, ਅਤੇ ਉਹ ਭਾਂਡਾ, ਉਹ ਘੜਾ ਖਾਲੀ ਹੋ ਜਾਂਦਾ ਹੈ। ਇਸੇ ਲਈ ਆਪਾਂ ਪੱਕਾ ਘੜਾ ਲੈਂਦੇ ਹਾਂ, ਟਣਕਾ ਕੇ ਲੈਂਦੇ ਹਾਂ। ਜਿਹੜਾ ਪੱਕਾ ਘੜਾ ਹੁੰਦਾ ਉਹਦੇ ਵਿੱਚ ਪਾਣੀ ਖਲੋਂਦਾ ਹੈ, ਅਤੇ ਕੱਚੇ ਭਾਂਡੇ ਵਿੱਚ, ਕੱਚੇ ਘੜੇ ਵਿੱਚ ਪਾਣੀ ਨਹੀਂ ਖਲੋ ਸਕਦਾ। ਇਸੇ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਨੇ, ਇਹ ਸਾਡਾ ਸਰੀਰ ਨਦੀ ਕਿਨਾਰੇ ਰੁਖੜਾ ਹੈ। ਹੁਣ ਇਹ ਕਾਲ ਦੀ ਨਦੀ ਵਗ ਰਹੀ ਹੈ, ਕਿੰਨਾ ਕੁ ਚਿਰ ਕੋਈ ਆਦਮੀ ਧੀਰਜ ਬੰਨ੍ਹ ਕੇ ਖਲੋ ਸਕਦਾ ਹੈ? ਸਾਡਾ ਸਰੀਰ ਕੱਚਾ ਭਾਂਡਾ, ਕੱਚਾ ਘੜਾ ਹੈ, ਇਹਦੇ ਵਿਸ਼ਵਾਸਾਂ ਦਾ ਜਲ ਕਿੰਨਾ ਕੁ ਚਿਰ ਤੱਕ ਖਲੋ ਸਕਦਾ ਹੈ? ਇੱਕ ਨਾ ਇੱਕ ਦਿਨ ਇਸ ਨੇ ਮੁੱਕਣਾ ਹੀ ਮੁੱਕਣਾ ਹੈ। ਫਰੀਦਾ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ। ਲੋ ਬਾਬਾ ਫਰੀਦ ਜੀ ਫਿਰ ਵੈਰਾਗਮਈ ਉਪਦੇਸ਼ ਦਿੰਦੇ ਨੇ, ਆ ਦੁਨੀਆ ਦੇ ਲੋਗੋ, ਆ ਜਿਹੜੇ ਮਹਿਲ ਮਾੜੀਆਂ ਤੁਸੀਂ ਬਣਾਏ ਨੇ ਨਾ, ਨਿਸਖਣ ਰਹਿ ਗਏ, ਇੱਕ ਦਿਨ ਬਿਲਕੁਲ ਖਾਲੀ ਰਹਿ ਜਾਣਗੇ। ਨੀਂਦ ਦਾ ਅਰਥ ਹੈ ਵਿਸ਼ੇਸ਼ ਕਰਕੇ ਬਿਲਕੁਲ ਖਾਲੀ ਰਹਿ ਜਾਣਗੇ। ਵਾਸਾ ਆਇਆ ਤਲ, ਤੇ ਜਿਹੜੇ ਮਹਿਲਾਂ ਵਿੱਚ ਰਹਿਣ ਵਾਲੇ ਨੇ, ਚਾਹੇ ਉਹ ਧਨਾੜ ਪੁਰਸ਼ ਨੇ, ਤੇ ਚਾਹੇ ਉਹ ਰਾਜੇ ਮਹਾਰਾਜੇ ਨੇ, ਚਾਹੇ ਬਾਦਸ਼ਾਹ ਨੇ, ਵਾਸਾ ਆਇਆ ਤਲ, ਇੱਕ ਦਿਨ ਉਹਨਾਂ ਦਾ ਵੀ ਵਾਸਾ ਤਲ ਗੋਰਾਂ ਦੇ ਹੇਠਾਂ, ਧਰਤੀ ਦੇ ਹੇਠਾਂ ਆ ਜਾਵੇਗਾ। ਗੋਰਾਂ ਸੇ ਨਿਮਾਣੀਆਂ ਬਹਿਸਨ ਰੂਹਾਂ ਮਲ। ਉਹ ਰੂਹਾਂ, ਆ ਜਿਹੜੀਆਂ ਨਿਮਾਣੀਆਂ ਨੀਵੇਂ ਥਾਂ ਤੇ, ਅਥਵਾ ਜਿਹੜੀਆਂ ਮਾਣ ਤੋਂ ਰਹਿਤ, ਜਿਨ੍ਹਾਂ ਨੂੰ ਆਪਾਂ ਨਫ਼ਰਤ ਕਰਦੇ ਹਾਂ, ਮਰਨ ਦੇ ਨਾਂ ਤੋਂ ਸਾਰੇ ਡਰਦੇ ਨੇ। ਗੋਰਾਂ ਸੇ ਨਿਮਾਣੀਆਂ, ਜਿਹੜੀਆਂ ਨਿਮਾਣੀਆਂ ਗੋਰਾਂ ਨੇ, ਵਿਚਾਰੀਆਂ ਕਬਰਾਂ ਨੇ, ਅਤੇ ਇਹਨਾਂ ਵਿੱਚੋਂ ਰੂਹਾਂ ਆਸਨ ਮਲ ਕੇ ਬੈਠਣਗੀਆਂ। ਜਿਹੜੇ ਮਹਿਲਾਂ ਦੇ ਮਾਲਕ ਨੇ, ਇੱਕ ਦਿਨ ਉਹਨਾਂ ਨੂੰ ਵੀ ਕਬਰਾਂ ਦੇ ਵਿੱਚ ਹੀ ਆਉਣਾ ਪਵੇਗਾ। ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ। ਆਖੀ ਸੇਖਾਂ ਬੰਦਗੀ, ਸ਼ੇਖ ਫਰੀਦ ਜੀ ਆਖਦੇ ਨੇ, ਭਾਈ ਵਾਹਿਗੁਰੂ ਦੀ ਬੰਦਗੀ ਆਖਣਾ ਕਰੋ, ਭਾਵ ਵਾਹਿਗੁਰੂ ਦੀ ਬੰਦਗੀ ਕਰੋ, ਵਾਹਿਗੁਰੂ ਦਾ ਨਾਮ ਜਪਿਆ ਕਰੋ। ਚੱਲਣ ਅੱਜ ਕੇ ਕੱਲ, ਅੱਜ ਜਾਂ ਕੱਲ੍ਹ ਨੂੰ ਇੱਥੋਂ ਜਾਣਾ ਪੈਣਾ। ਇਸ ਲਈ ਚੰਗੀ ਗੱਲ ਇਹ ਹੈ ਵੀ ਆਪਾਂ ਪਹਿਲਾਂ ਹੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਈਏ। ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜਿਉਂ ਦਰਿਆਵੈ ਢਾਹ। ਲੋ ਬਾਬਾ ਫਰੀਦ ਜੀ ਫਿਰ ਵੈਰਾਗਮਈ ਉਪਦੇਸ਼ ਦਿੰਦੇ ਨੇ, ਆ ਜਿਹੜਾ ਮੌਤ ਦਾ ਬੰਨਾ ਕਿਨਾਰਾ ਹੈ, ਸਾਨੂੰ ਇਉਂ ਦਿਸਦਾ ਹੈ ਜਿਉਂ ਦਰਿਆਵੈ ਢਾਹ, ਜਿਵੇਂ ਦਰਿਆ ਦਾ ਢਾਹਾ ਟਹਿਆ ਹੁੰਦਾ। ਜਿੱਥੋਂ ਦੀ ਦਰਿਆ ਦਾ ਪਾਣੀ ਵਗਦਾ ਹੈ ਨਾ, ਅਤੇ ਉੱਥੇ ਉਹ ਥਾਂ ਨੀਵਾਂ ਹੋ ਜਾਂਦਾ, ਅਤੇ ਜਿਹੜੇ ਪਾਸੇ ਵਾਲੇ ਜਿਹੜੇ ਕੋਈ ਕਿਨਾਰੇ ਨੇ ਉੱਚੇ ਰਹਿ ਜਾਂਦੇ ਨੇ। ਅਤੇ ਜਦੋਂ ਫੇਰ ਕਿਧਰੇ ਪਾਣੀ ਆਉਂਦਾ, ਫਿਰ ਉਹ ਕਿਨਾਰਿਆਂ ਨੂੰ ਢਾਹ ਕੇ ਆਪਣੇ ਵਿੱਚ ਹੀ ਮਿਲਾ ਲੈਂਦਾ। ਇਸੇ ਲਈ ਜਿਹੜਾ ਜਿੱਥੋਂ ਦੀ ਦਰਿਆ ਵਗਿਆ ਹੋਵੇ ਨਾ, ਅਤੇ ਉਸ ਨੂੰ ਢਾਹਾ ਕਹਿੰਦੇ ਨੇ,
ਵੀ ਟਹੇ ਦਾ ਇਲਾਕਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਮੌਤ ਦਾ ਜਿਹੜਾ ਕਿਨਾਰਾ ਹੈ ਸਾਨੂੰ ਇਉਂ ਦਿਸਦਾ ਹੈ ਜਿਵੇਂ ਦਰਿਆ ਦਾ ਢਾਹਾ ਕਿਨਾਰਾ ਹੋਵੇ। ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾ। ਤੇ ਅੱਗੇ ਪਰਲੋਕ ਦੇ ਵਿੱਚ ਰੱਬ ਦੀ ਦਰਗਾਹ ਦੇ ਵਿੱਚ ਦੋਜਕ ਦਾ ਅਰਥ ਹੈ ਜਿਹੜਾ ਨਰਕ, ਉਹ ਤਪਿਆ ਹੋਇਆ ਸੁਣੀਦਾ। ਉੱਥੇ ਤੇਲ ਦੇ ਕੜਾਹੇ ਉਬਲ ਰਹੇ ਨੇ, ਉੱਥੇ ਤੱਤੇ ਲੋਹੇ ਦੇ ਥੰਮ ਅੱਗ ਦੇ ਨਾਲ ਗਰਮ ਕੀਤੇ ਹੋਏ ਨੇ, ਉੱਥੇ ਗੁੜ ਕਾੜ ਕੇ ਸਾਡੇ 'ਤੇ ਪਾਇਆ ਜਾਂਦਾ ਹੈ। ਇਉਂ ਜਿਹੜਾ ਦੋਜਕ ਨਰਕ ਆ ਕੇ ਬਹੁਤ ਤਪਿਆ ਹੋਇਆ ਸੁਣੀਦਾ ਹੈ। ਹੂਲ ਪਵੈ ਕਾ ਹਾਹਾ, ਅਤੇ ਉੱਥੇ ਹੂਲ ਦਾ ਅਰਥ ਹੈ ਡੰਡ ਰੌਲਾ, ਅਤੇ ਕਾ ਹਾਹਾ ਦਾ ਅਰਥ ਹੈ ਕਾਵਾਂ ਰੌਲੀ ਪੈ ਰਹੀ ਹੈ। ਭਾਵ ਜਿੱਥੇ ਨਰਕ ਹੈ, ਪਾਪੀ ਜੀਵਾਂ ਨੂੰ ਉੱਥੇ ਤੇਲ ਦੇ ਕੜਾਹਿਆਂ ਵਿੱਚ ਤਲਿਆ ਜਾਂਦਾ ਹੈ। ਪਰ ਤੇਰੇ ਰਾਵਣ ਜਾਏ ਸਹੀ ਤਾਂ ਲਾਜੀਐ, ਕਈਆਂ ਨੂੰ ਤਪ ਥੰਮ ਗੱਲ ਆਤੇ ਆ। ਜਿਹੜੇ ਵਿਭਚਾਰੀ ਲੋਕ ਨੇ, ਬਲਾਤਕਾਰੀ ਲੋਕ ਨੇ, ਲੋਹੇ ਦੇ ਥੰਮਾਂ ਦੇ ਨਾਲ ਉਹਨਾਂ ਨੂੰ ਚਮੇੜਿਆ ਜਾਂਦਾ ਹੈ। ਇਸ ਲਈ ਉੱਥੇ ਫਿਰ ਕਾਵਾਂ ਰੌਲੀ ਮੱਚੀ ਹੋਈ ਹੈ, ਹਾਹਾਕਾਰ ਮੱਚੀ ਹੋਈ ਹੈ, ਤੇ ਬੜਾ ਡੰਡ ਰੌਲਾ ਪੈ ਰਿਹਾ ਹੈ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰਵਾਹ। ਉਹ ਬਾਬਾ ਫਰੀਦ ਜੀ ਕਹਿੰਦੇ ਨੇ ਇਹੋ ਜਿਹੇ ਬਚਨ ਸੁਣ ਕੇ ਜਿਹੜੇ ਜਗਿਆਸੂ ਸਨ ਤੇ ਉਹਨਾਂ ਨੂੰ ਤਾਂ ਸਾਰੀ ਗੱਲ ਦੀ ਸਮਝ ਆ ਗਈ। ਉਹਨਾਂ ਨੇ ਤੇ ਫਿਰ ਉਸ ਨਰਕ ਤੋਂ ਬਚਣ ਦੇ ਲਈ ਰੱਬ ਦੀ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਇੱਕ ਫਿਰਦੇ ਵੇ ਪ੍ਰਵਾਹ, ਤੇ ਕੈਸੇ ਮਨਮੁਖ ਨੇ, ਪਾਮਰ ਨੇ, ਸਾਕਤ ਪੁਰਸ਼ ਨੇ, ਉਹ ਬੇਪਰਵਾਹ ਹੋਏ ਫਿਰਦੇ ਨੇ। ਉਹ ਕਹਿੰਦੇ ਨੇ ਖਾਓ ਪੀਓ ਮੌਜਾਂ ਮਾਣੋ, ਆ ਜਗ ਮਿੱਠਾ ਅਗਲਾ ਕਿਹਨੇ ਡਿੱਠਾ, ਜਦੋਂ ਸਮਾਂ ਆਊਗਾ ਦੇਖੀ ਜਾਊਗੀ। ਭਾਵ ਉਹ ਬੇਪਰਵਾਹ ਹੋ ਰਹੇ ਨੇ ਤੇ ਉਹ ਆਪਣੇ ਸਮੇਂ ਦੀ ਕਦਰ ਨਹੀਂ ਕਰਦੇ। ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹਿ ਓਗਾਹ। ਉਹ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੇ ਤੁਸੀਂ ਚੰਗੇ ਮਾੜੇ ਅਮਲ ਕਰਮ ਕੀਤੇ ਹੁੰਦੇ ਨੇ ਦੁਨੀਆ ਵਿੱਚ ਰਹਿ ਕੇ, ਸੇ ਦਰਗਹਿ ਓਗਾਹ, ਵੀ ਉਹ ਦਰਗਾਹ ਦੇ ਵਿੱਚ ਸਾਡੇ ਗਵਾਹ ਬਣਦੇ ਨੇ। ਭਾਵ ਜੇ ਅਸੀਂ ਚੰਗੇ ਅਮਲ ਚੰਗੇ ਕੰਮ ਕੀਤੇ ਹੁੰਦੇ ਨੇ, ਉਹਨਾਂ ਨੇ ਅੱਗੇ ਧਰਮਰਾਜ ਦੀ ਕਚਹਿਰੀ ਵਿੱਚ ਗਵਾਹੀ ਦੇਣੀ ਆ ਵੀ ਇਹ ਬੰਦਾ ਧਰਮੀ ਹੈ। ਜੇ ਅਸੀਂ ਪਾਪ ਕਰਮ ਕੀਤੇ ਹੋਣਗੇ, ਉਹਨਾਂ ਨੇ ਕਹਿਣਾ ਹਾਂ ਵੀ ਇਸ ਨੇ ਪਾਪ ਕੀਤੇ ਸਨ। ਲੇਖਾ ਰੱਬ ਮਗੇਸੀਆ ਬੈਠਾ ਕੱਢ ਵਹੀ, ਸਾਡੇ ਕਰਮਾਂ ਦਾ ਲੇਖਾ ਰੱਬ ਦੀ ਦਰਗਾਹ ਵਿੱਚ ਹੋਣਾ ਹੀ ਹੋਣਾ ਹੈ। ਉੱਥੇ ਫਿਰ ਸਾਡੇ ਕੀਤੇ ਕੰਮ ਹੀ ਗਵਾਹ ਬਣ ਕੇ ਭੁਗਤਣਗੇ। ਫਰੀਦਾ ਦਰਿਆਵੈ ਕੰਨੈ ਬਗੁਲਾ, ਬੈਠਾ ਕੇਲ ਕਰੇ। ਲੋ ਬਾਬਾ ਫਰੀਦ ਜੀ ਦੇ ਸਾਹਮਣੇ ਕਿਸੇ ਦੀ ਮੌਤ ਹੋਈ ਤੇ ਉਸ ਮੌਤ ਨੂੰ ਦੇਖ ਕੇ ਫਿਰ ਉਹਨਾਂ ਨੇ ਇਹ ਸ਼ਲੋਕ ਉਚਾਰਨ ਕੀਤਾ, ਫਰੀਦਾ ਦਰਿਆਵੈ ਕੰਨੈ ਬਗਲਾ। ਇਸ ਦਰਿਆ ਦੇ ਕੰਨਾਂ ਦਾ ਅਰਥ ਹੈ ਕੰਢੇ 'ਤੇ ਇੱਕ ਬਗਲਾ ਪੰਛੀ ਬੈਠਾ ਸੀ। ਕਿਉਂਕਿ ਜਿਹੜੇ ਬਗਲੇ ਨੇ ਉਹ ਪਾਣੀ ਦੇ ਕਿਨਾਰੇ 'ਤੇ ਬਹਿੰਦੇ ਨੇ, ਉਹ ਡੱਡੀਆਂ ਮੱਛੀਆਂ ਖਾਂਦੇ ਨੇ। ਇਸੇ ਲਈ ਬਾਬਾ ਫਰੀਦ ਜੀ ਨੇ ਬਗਲੇ ਦਾ ਦ੍ਰਿਸ਼ਟਾਂਤ ਦਿੱਤਾ ਵੀ ਇਹ ਸੰਸਾਰ ਦਰਿਆ ਹੈ, ਇਹਦੇ ਕੰਢੇ 'ਤੇ ਕੋਈ ਬਗਲਾ ਪਖੰਡੀ ਬੈਠਾ ਸੀ ਤੇ ਬੈਠਾ ਕੇਲ ਕਰੇ। ਉਹ ਆਪਣਾ ਡੇਰਾ ਬਣਾ ਕੇ ਉੱਥੇ ਬੜੀਆਂ ਖੇਡਾਂ ਰਚਾਉਂਦਾ ਸੀ, ਪੁੱਛਾਂ ਵੀ ਦਿੰਦਾ ਸੀ, ਜੰਤਰ ਮੰਤਰ ਵੀ ਫੂਕਦਾ ਸੀ ਤੇ ਲੋਕਾਂ ਨੂੰ ਵਰਗ ਲਾਉਂਦਾ ਸੀ ਤੇ ਇਸ ਤਰ੍ਹਾਂ ਦੀਆਂ ਖੇਡਾਂ ਖੇਡਦਾ ਸੀ। ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਉਹ ਜਿਹੜਾ ਹੈ ਤਾਂ ਬਗਲਾ ਪਖੰਡੀ ਸੀ, ਦੇਖਣ ਵਾਸਤੇ ਹੰਸ ਲੱਗਦਾ ਸੀ। ਚਿੱਟੇ ਕੱਪੜੇ ਤੇ ਨਾਲ ਚਿੱਟੀ ਪੱਗ, ਇਸ ਤਰ੍ਹਾਂ ਦਾ ਲਿਬਾਸ ਧਾਰਨ ਕੀਤਾ ਹੋਇਆ ਸੀ। ਕੇਲ ਕਰੇਂਦੇ ਹੰਝ ਨੂੰ, ਜਿਹੜਾ ਦੇਖਣ ਨੂੰ ਹੰਸ ਲੱਗਦਾ ਸੀ, ਸੰਤ ਲੱਗਦਾ ਸੀ, ਹੈ ਸੀ ਪਖੰਡੀ। ਜਦੋਂ ਇਹੋ ਜਿਹੀਆਂ ਖੇਡਾਂ ਖੇਡ ਰਿਹਾ ਸੀ, ਲੋਕਾਂ ਨੂੰ ਪੁੱਛਾਂ ਦੇ ਰਿਹਾ ਸੀ, ਜੰਤਰ ਮੰਤਰ ਕਰ ਰਿਹਾ ਸੀ, ਤੇ ਇਹੋ ਜਿਹੀਆਂ ਖੇਡਾਂ ਖੇਡਦੇ ਨੂੰ ਅਚਿੰਤੇ ਬਾਜ ਪਏ। ਤੇ ਅਚਿੰਤੇ ਦਾ ਅਰਥ ਹੈ ਬਈ ਅਚਾਨਕ ਹੀ ਉਹਦੇ ਉੱਤੇ ਬਾਜ ਪੈ ਗਏ। ਭਾਵ ਜਿਵੇਂ ਬਗਲਾ ਦਰਿਆ ਦੇ ਕੰਢੇ 'ਤੇ ਬੈਠਾ ਮੱਛੀਆਂ ਡੱਡੀਆਂ ਫੜਦਾ ਹੋਵੇ, ਇਹੋ ਜਿਹੀਆਂ ਖੇਡਾਂ ਪਾਪ ਦੀਆਂ ਖੇਡਾਂ ਖੇਡਦਾ ਹੋਵੇ ਅਚਾਨਕ, ਤੇ ਸ਼ਿਕਾਰੀ ਪੰਛੀ ਬਾਜ ਉਸਨੂੰ ਆ ਕੇ ਝਪਟ ਲਵੇ। ਇਸੇ ਤਰ੍ਹਾਂ ਪਖੰਡੀਆਂ ਨੂੰ ਵੀ ਇਹ ਜਮਦੂਤ ਬਾਜਾਂ ਵਾਂਗੂ ਪੈਂਦੇ ਹਨ। ਬਾਜ ਪਏ ਤਿਸ ਰੱਬ ਦੇ
ਕੇਲਾਂ ਵਿਸਰੀਆਂ। ਲਓ, ਜਦੋਂ ਰੱਬ ਦੇ ਬਾਜ ਪਏ ਨਾ, ਜਮਦੂਤ ਆ ਕੇ ਉਹਨਾਂ ਨੇ ਡੰਕਾ ਵਜਾ ਦਿੱਤਾ, ਰੱਬ ਦੇ ਬਾਜ ਆ ਕੇ ਉਹਦੇ ਸਿਰ ਤੇ ਪੈ ਗਏ, ਕੇਲਾਂ ਵਿਸਰੀਆਂ। ਤੇ ਜਿਹੜੀਆਂ ਉਹ ਖੇਡਾਂ ਖੇਡਦਾ ਸੀ ਨਾ, ਪਖੰਡਬਾਜ਼ੀ ਕਰਦਾ ਸੀ, ਉਹ ਪਖੰਡ ਦੀਆਂ ਖੇਡਾਂ ਸਾਰੀਆਂ ਹੀ ਭੁੱਲ ਗਈਆਂ। ਜੋ ਮਨ ਚੇਤਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਜੋ ਸਾਡੇ ਮਨ ਦੇ ਵਿੱਚ ਚਿਤ ਚੇਤੇ ਵੀ ਨਹੀਂ ਸਨ ਗੱਲਾਂ, ਸੋ ਗੱਲ ਹੀ ਰੱਬ ਕੀਆਂ, ਉਹ ਗੱਲਾਂ ਰੱਬ ਨੇ ਕਰ ਦਿੱਤੀਆਂ। ਇਹਦਾ ਮਤਲਬ ਇਹ ਹੈ ਵੀ ਜਿਹੜੇ ਪਖੰਡੀ ਲੋਕ ਕਈ ਤਰ੍ਹਾਂ ਦੇ ਢੌਂਗ ਬਣਾ ਕੇ ਸੱਜਣ ਠੰਗ ਵਾਂਗ ਕਿਧਰੇ ਧਰਮਸ਼ਾਲਾ ਬਣਾ ਲੈਂਦੇ ਨੇ, ਲੰਗਰ ਵੀ ਚਲਾ ਦਿੰਦੇ ਨੇ, ਪਰ ਜੇ ਕੋਈ ਸਾਮੀ ਚੰਗੀ ਆ ਗਈ ਤੇ ਫਿਰ ਉਹਨੂੰ ਅੰਦਰੇ ਹੀ ਮਾਰ ਕੇ ਖਪਾ ਦਿੰਦੇ ਨੇ। ਇਹੋ ਜਿਹੇ ਪਖੰਡੀ ਜਿਹੜੇ ਲੋਕ ਨੇ, ਫਿਰ ਉਹਨਾਂ ਨੂੰ ਔਚਿੰਤ ਤੇ ਬਾਜ ਵੀ ਪੈਂਦੇ ਨੇ ਤੇ ਉਹਨਾਂ ਨੂੰ ਵੀ ਮਰਨਾ ਪੈਂਦਾ ਹੈ। ਸਾਡੇ ਤ੍ਰੈ ਮਨ ਦੇਹੁਰੀ, ਚੱਲੈ ਪਾਣੀ ਅੰਨ। ਫਿਰ ਉਹ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਚਿਤ ਚੇਤੇ ਵੀ ਨਹੀਂ ਕਰਦੇ ਤੇ ਉਹ ਪਾਣਾ ਵਰਤ ਜਾਂਦਾ ਹੈ। ਲੋ ਬਾਬਾ ਫਰੀਦ ਜੀ ਫਿਰ ਕਹਿੰਦੇ ਨੇ, ਆਹ ਜਿਹੜਾ ਸਾਡਾ ਸਰੀਰ ਹੈ ਨਾ, ਦੇਹੁਰੀ, ਇਹ ਵਿਚਾਰੀ ਦੇਹ 3.5 ਮਣ ਭਾਰ ਦੀ ਹੁੰਦੀ ਹੈ। ਪਹਿਲੇ ਲੋਕ ਸਰੀਰ ਕਰਕੇ ਜਿਸਮਾਨੀ ਤੌਰ 'ਤੇ ਵੀ ਤਕੜੇ ਸਨ। 40 ਸਿਰ ਦਾ ਮਣ ਹੁੰਦਾ ਸੀ ਤੇ ਹੁਣ 2.5 ਮਣ ਦਾ 1 ਕੁਆਂਟਲ ਬਣਦਾ ਸੀ। ਹੁਣ 3.5 ਮਣ ਤੇ ਤਕਰੀਬਨ ਇਹ 1 ਕੁਆਂਟਲ 40 ਕਿਲੋ, ਇੰਨਾ ਭਾਰ ਅਕਸਰ ਹੁੰਦਾ ਸੀ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, 3.5 ਮਣ ਦੀ ਇਹ ਦੇਹੁਰੀ ਸਾਡੀ ਦੇਹ ਹੈ। ਚੱਲੈ ਪਾਣੀ ਅੰਨ, ਇਹ ਅੰਨ ਪਾਣੀ ਦੀ ਆਸਰੇ ਚੱਲਦੀ ਹੈ। ਇਹਦਾ ਮਤਲਬ ਇਹ ਹੈ, ਜੇ ਤੇ ਖਾਣ ਪੀਣ ਨੂੰ ਮਿਲਦਾ ਰਵੇ ਫਿਰ ਇਹ ਸਾਡਾ ਸਰੀਰ ਭੱਜਿਆ ਫਿਰਦਾ ਹੈ। ਆਇਓ ਬੰਦਾ ਦੁਨੀ ਵਿੱਚ, ਵਤ ਆਸੂਣੀ ਬੰਨ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਇਹ ਬੰਦਾ ਆਸੂਣੀ ਬੰਨ, ਵੀ ਕੋਈ ਆਸ ਨੂੰ ਬੰਨ੍ਹ ਕੇ, ਕੋਈ ਨਗੂਣੀ ਜੀ ਆਸ ਨੂੰ ਬੰਨ੍ਹ ਕੇ ਇਹ ਬੰਦਾ ਦੁਨੀਆ ਵਿੱਚ ਆਇਆ ਸੀ ਵੀ ਮੈਂ ਦੁਨੀਆ ਵਿੱਚ ਜਾ ਕੇ ਬੰਦਗੀ ਕਰਾਂਗਾ, ਮੈਂ ਦੁਨੀਆ ਵਿੱਚ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗਾ, ਬਾਣੀ ਦੀ ਰਹਿਤ ਨੂੰ ਧਾਰਨ ਕਰਾਂਗਾ, ਮੈਂ ਸੇਵਾ ਦੀ ਕਾਲ ਘਾਲਾਂਗਾ, ਮੈਂ ਸਿਮਰਨ ਕਰਾਂਗਾ, ਮੈਂ ਬਾਣੀ ਵੀ ਪੜ੍ਹਾਂਗਾ। ਤੇ ਇਹ ਆਸ ਲੈ ਕੇ ਸੰਸਾਰ ਵਿੱਚ ਆਇਆ ਸੀ, ਪਰ ਇੱਥੇ ਆ ਕੇ ਸਭ ਕੁਝ ਭੁੱਲ ਗਿਆ। ਅਥਵਾ ਆਇਓ ਬੰਦਾ ਦੁਨੀ ਵਿੱਚ, ਇਹ ਬੰਦਾ ਤੇ ਬੜੀਆਂ ਆਸਾਂ ਲੈ ਕੇ ਦੁਨੀਆ ਵਿੱਚ ਆਇਆ ਸੀ। ਵਤ ਆਸੂਣੀ ਬੰਨ, ਪਰ ਉਹ ਆਸਾਂ ਪੂਰੀਆਂ ਨਹੀਂ ਹੋਈਆਂ। ਕਿਨੀ ਨਾ ਕੀਏ ਕਾਜ ਮਾਇਆ ਪੂਰੇ, ਫਿਰ ਉਹਨਾਂ ਆਸਾਂ ਨੂੰ ਅਧੂਰੀਆਂ ਲੈ ਕੇ ਤੇ ਉਹਨਾਂ ਆਸਾਂ ਨੂੰ ਅਧੂਰੀਆਂ ਬੰਨ੍ਹ ਕੇ ਵਤ ਮੁੜ ਕੇ ਵਾਪਸ ਚਲਿਆ ਜਾਂਦਾ ਹੈ। ਮਲ ਕਲ ਮੌਤ ਜਾਂ ਆਵਸੀ, ਸਭ ਦਰਵਾਜੇ ਭੰਨ। ਲੋ ਬਾਬਾ ਫਰੀਦ ਜੀ ਕਹਿੰਦੇ ਨੇ, ਜਦੋਂ ਆਂਦਾ ਸਮਾਂ ਆਉਂਦਾ ਨਾ, ਮਲਕਲ ਮੌਤ ਜਾਂ ਆਵਸੀ, ਮਾਲਕ ਦੀ ਮੌਤ ਆ ਜਾਂਦੀ ਹੈ। ਮਲਕਲ ਤੋਂ ਪਾਵੈ ਮਾਲਕ ਵਾਹਿਗੁਰੂ, ਖੁਦਾ ਦੀ ਭੇਜੀ ਹੋਈ, ਰੱਬ ਦੀ ਭੇਜੀ ਹੋਈ ਮੌਤ ਆ ਜਾਂਦੀ ਹੈ। ਸਭ ਦਰਵਾਜ਼ੇ ਭੰਨ, ਆਦਮੀ ਜਿੰਨੇ ਮਰਜ਼ੀ ਬੰਦੋਬਸਤ ਕਰ ਲਵੇ। ਕਈ ਲੋਕ ਆਪਣੀ ਸੇਫਟੀ ਵਾਸਤੇ ਕਹਿੰਦੇ ਨੇ ਅਸੀਂ ਲੋਹੇ ਦੇ ਦਰਵਾਜ਼ੇ ਲਾਉਣੇ ਨੇ, ਬੜੇ ਬੜੇ ਮਜ਼ਬੂਤ ਗੇਟ ਲਾਉਂਦੇ ਨੇ, ਕਈ ਕੰਡਿਆਲੀਆਂ ਤਾਰਾਂ ਵੀ ਲਾ ਲੈਂਦੇ ਨੇ ਤੇ ਕਈ ਬਿਜਲੀ ਦਾ ਕਰੰਟ ਵੀ ਛੱਡ ਦਿੰਦੇ ਨੇ। ਪਰ ਜਿਹੜੀ ਮੌਤ ਹੈ, ਮਾਲਕ ਦੀ ਮੌਤ ਹੈ, ਉਹ ਸਭ ਦਰਵਾਜ਼ੇ ਭੰਨ ਕੇ ਅੰਦਰ ਪ੍ਰਵੇਸ਼ ਹੋ ਜਾਂਦੀ ਹੈ। ਤਿੰਨਾਂ ਪਿਆਰਿਆਂ ਭਾਈਆਂ, ਅੱਗੇ ਦਿੱਤਾ ਬੰਨ। ਫਿਰ ਉਹ ਜਿਹੜੇ ਸਾਡੇ ਕੋਈ ਪਿਆਰੇ ਭਰਾ ਹੁੰਦੇ ਨੇ, ਸਾਡਾ ਭਾਈਚਾਰਾ ਹੁੰਦਾ ਨਾ, ਜਿਹੜੇ ਸਾਡੇ ਪਿਆਰੇ ਭਾਈ ਵੀਰ ਭਰਾ ਹੁੰਦੇ ਨੇ, ਅੱਗੇ ਦਿੱਤਾ ਬੰਨ। ਤੇ ਜਦੋਂ ਰੱਬ ਦੀ ਮੌਤ ਆਉਂਦੀ ਹੈ, ਮੌਤ ਦਾ ਫਰਿਸ਼ਤਾ ਸਾਰੇ ਦਰਵਾਜ਼ੇ ਭੰਨ ਕੇ ਅੰਦਰ ਆ ਜਾਂਦਾ ਹੈ। ਤੇ ਜਿਹੜੇ ਸਾਡੇ ਪਿਆਰੇ ਭੈਣ ਭਰਾ ਹੁੰਦੇ ਨੇ ਤੇ ਉਹਨਾਂ ਨੇ ਬੰਨ੍ਹ ਕੇ ਤੇ ਉਹਨਾਂ ਨੇ ਅੱਗੇ ਤੋਰ ਦਿੱਤਾ, ਉਹ ਜਮਾਂ ਦੇ ਹਵਾਲੇ ਕਰ ਦਿੱਤਾ ਤੇ ਕਹਿੰਦੇ ਲਓ ਭਾਈ ਤੁਸੀਂ ਉਹਨੂੰ ਲੈ ਜਾਓ, ਜਿੱਥੇ ਲਿਜਾਣਾ ਹੈ ਤੁਹਾਡੀ ਮਰਜ਼ੀ ਹੈ। ਵੇਖੋ ਬੰਦਾ ਚੱਲਿਆ, ਚੌਹ ਜਣਿਆਂ ਦੇ ਕੰਨ। ਲੋ ਜਦੋਂ ਫਿਰ ਆਂਦਾ ਸਮਾਂ ਆਉਂਦਾ ਹੈ ਨਾ, ਫਿਰ ਮੰਜੇ ਤੇ ਜਾਂ ਫਿਰ ਸੀਢੀ ਉੱਤੇ
4 ਬੰਦੇ ਮੋਢਾ ਲਾ ਕੇ ਮਰੇ ਬੰਦੇ ਨੂੰ ਚੁੱਕਦੇ ਨੇ ਜਦੋਂ ਸਿਵਿਆਂ ਵਿੱਚ ਲਿਜਾਂਦੇ ਨੇ। ਉਸ ਨਕਸ਼ੇ ਨੂੰ ਬਾਬਾ ਫਰੀਦ ਜੀ ਖਿੱਚਦੇ ਨੇ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, 4 ਜਣਿਆਂ ਦੇ ਮੋਢੇ ਤੇ ਚੜ੍ਹ ਕੇ ਦੇਖੋ ਬੰਦਾ ਹੁਣ ਰੱਬ ਦੀ ਦਰਗਾਹ ਵੱਲ ਨੂੰ ਚੱਲਿਆ ਹੈ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਹ ਆਏ ਕੰਮ। ਬਾਬਾ ਫਰੀਦ ਜੀ ਕਹਿੰਦੇ ਨੇ ਜੋ ਇਸ ਬੰਦੇ ਨੇ ਦੁਨੀਆ ਦੇ ਵਿੱਚ ਅਮਲ ਕਰਮ ਕੀਤੇ ਹੁੰਦੇ ਨੇ ਉਹੀ ਦਰਗਾਹ ਵਿੱਚ ਕੰਮ ਆਉਂਦੇ ਨੇ। ਜਿਸ ਬੰਦੇ ਨੇ ਧਰਮ ਦੇ ਕੰਮ ਕੀਤੇ ਹੁੰਦੇ ਨੇ, ਸ਼ੁਭ ਕਰਮ ਕੀਤੇ ਹੁੰਦੇ ਨੇ, ਸੇਵਾ ਸਿਮਰਨ ਦੀ ਘਾਲ ਘਾਲੀ ਹੁੰਦੀ ਹੈ ਤੇ ਫਿਰ ਉਹ ਚੰਗੇ ਕੰਮ ਪ੍ਰਲੋਕ ਵਿੱਚ ਸਹਾਇਤਾ ਕਰਦੇ ਨੇ, ਉਹੀ ਸਾਡੇ ਕੰਮ ਆਉਂਦੇ ਨੇ। ਤੇ ਬਾਬਾ ਫਰੀਦ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਵੀ ਮੌਤ ਅਵੱਸ਼ ਹੈ, ਪਰ ਇਸ ਤੋਂ ਪਹਿਲਾਂ ਸਾਨੂੰ ਸ਼ੁਭ ਕਰਮ ਕਰਨੇ ਚਾਹੀਦੇ ਨੇ ਤੇ ਜਿਨ੍ਹਾਂ ਦੇ ਨਾਲ ਸਾਨੂੰ ਪ੍ਰਲੋਕ ਵਿੱਚ ਜਾ ਕੇ ਵੀ ਸੁੱਖ ਪ੍ਰਾਪਤ ਹੋਵੇ। ਸੋ ਇਹ ਵਿਚਾਰ ਆਪਾਂ ਵੀ ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਹ ਆਏ ਕੰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।